ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਗੁਰਮਤਿ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਤੋ ਸੰਗਤ ਜੀ, ਐਜ਼ ਯੂਜੂਅਲ ਵੀਰਵਾਰ ਨੂੰ ਸਿੱਖ ਇਤਿਹਾਸ ਦੀ ਗੱਲ ਹੁੰਦੀ ਹੈ ਤੇ ਅੱਜ ਸਿੱਖ ਇਤਿਹਾਸ ਜਿਹੜਾ ਬੀਬੀਆਂ ਦਾ ਯੋਗਦਾਨ ਹੈ, ਇਹ ਪਿਛਲੇ ਹਫਤੇ ਸ਼ੁਰੂ ਹੋਇਆ ਸੀਗਾ। ਤੋ ਉਹਨੂੰ ਅੱਜ ਕੰਪਲੀਟ ਕਰਨਗੇ ਵੀਰ ਤੇਜਿੰਦਰ ਸਿੰਘ ਜੀ। ਤੋ ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰੋ ਤੋ ਇਹ ਜੋ ਸਿੱਖ ਇਤਿਹਾਸ ਸਿੱਖ ਬੀਬੀਆਂ ਦਾ ਜੋ ਯੋਗਦਾਨ ਹੈ ਉਹਦੇ ਬਾਰੇ ਸਾਨੂੰ ਜਾਣਨਾ ਪਾਓ ਜੀ। ਸਤਿਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਨਮਿਊਟ ਕਰ ਲਓ ਜੀ ਤੇਜਿੰਦਰ ਸਿੰਘ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਰਬੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਅਨਮਿਊਟ ਕਰ ਲਓ ਜੀ। ਦੇਸ਼ ਪ੍ਰਦੇਸ਼ ਤੋਂ ਜੁੜ ਰਹੇ ਵੀਰ ਭੈਣਾਂ ਨੂੰ ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਜੀ ਆਇਆਂ ਕਹਿੰਦਾ ਹੋਇਆ, ਅੱਜ ਦਾ ਵਿਸ਼ਾ ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦਾ ਕੀ ਯੋਗਦਾਨ ਹੈ, ਉਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਜਿਵੇਂ ਵੀਰ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਪਿਛਲੇ ਜੋ ਲੈਕਚਰ ਅਸੀਂ ਇਸ ਵਿਸ਼ੇ ਤੇ ਕੀਤਾ ਸੀ ਉਹ ਇੰਟਰੋਡਕਟਰੀ ਲੈਕਚਰ ਸੀ, ਔਰ ਉਹਦੇ 'ਚ ਅਸੀਂ ਜੋ ਜਨਰਲ ਕਮੈਂਟ ਸੀਗੇ ਸਿੱਖ ਬੀਬੀਆਂ ਦੇ ਬਾਰੇ, ਉਹਨਾਂ ਦੇ ਬਾਰੇ ਅਸੀਂ ਗੱਲ ਕੀਤੀ ਸੀ। ਔਰ ਇਹ ਅਸੀਂ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਸਿੱਖ ਬੀਬੀਆਂ ਨੇ ਹਰ ਪੜਾਅ ਦੇ ਅੰਦਰ ਆਪਣੀ ਜਿਹੜੀ ਹੈ ਉਹ ਯੋਗਦਾਨ ਪਾਇਆ ਹੈ, ਔਰ ਉਸ ਯੋਗਦਾਨ ਕਰਕੇ ਹੀ ਸਿੱਖ ਜਿਹੜਾ ਮਤ ਹੈ, ਸਿੱਖ ਵਿਚਾਰਧਾਰਾ ਔਰ ਸਿੱਖ ਇਤਿਹਾਸ ਜਿਹੜਾ ਇਹਨਾਂ ਜਿਹੜਾ ਹੈ ਬੜਾ ਗੌਰਵਾਨਵਿਤ ਹੋਇਆ ਹੈ। ਤੇ ਉਸ ਦੀ ਸਭ ਦੁਨੀਆ ਦੇ ਅੰਦਰ ਇਸ ਗੱਲ ਦੀ ਚਰਚਾ ਹੈ ਕਿ ਕਿੰਨਾ ਵਧੀਆ ਯੋਗਦਾਨ ਜਿਹੜਾ ਹੈ ਉਹ ਬੀਬੀਆਂ ਨੇ ਇਸ ਮਕਸਦ ਵਿੱਚ ਪਾਇਆ ਹੈ। ਤੋ ਜਿੱਥੇ ਅਸੀਂ ਗੱਲ ਕਰਦੇ ਹਾਂ ਇਸ ਸਬਜੈਕਟ ਦੀ, ਮੈਂ ਇੱਥੇ ਇੱਕ ਨਿੱਕੀ ਜਿਹੀ ਗੱਲ ਆਪ ਜੀ ਦੇ ਨਾਲ ਥੋੜ੍ਹੀ ਜਿਹੀ ਸਾਂਝੀ ਕਰਦੇ ਹਾਂ। ਉਹ ਇਹ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਜੋ ਬੀਬੀਆਂ ਦਾ ਯੋਗਦਾਨ ਹੈ ਉਹ ਇਤਨਾ ਜ਼ਿਆਦਾ ਹੈ, ਇਤਨੇ ਅਲੱਗ-ਅਲੱਗ ਜੋ ਹੈ ਫੀਲਡਾਂ ਦੇ ਅੰਦਰ ਹੈ ਕਿ ਉਸ ਬਾਰੇ ਮਤਲਬ ਇਨ ਬਰੀਫ ਜਿਵੇਂ ਵੀਰ ਜੀ ਕਹਿ ਰਹੇ ਨੇ, ਉਹ ਉਸ ਨੂੰ ਮਤਲਬ ਹੈ ਕਿ ਸਾਂਝਾ ਕਰਨਾ ਮਤਲਬ ਇੱਕ ਦੋ ਲੈਕਚਰਾਂ ਦੇ ਵਿੱਚ ਸਹੀ ਨਹੀਂ ਹੈ। ਤਾਂ ਮੈਂ ਆਪ ਜੀ ਦੇ ਨਾਲ ਇੱਕ ਗੱਲ ਸ਼ੇਅਰ ਕਰ ਹੀ ਦਿਆਂ ਕਿ ਅਸੀਂ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਵੀਰਾਂ ਦਾ ਉਹ ਅਸੀਂ ਸਾਂਝਾ ਕੀਤਾ ਹੈ। ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਿੰਘਾਂ ਨੇ ਯੋਗਦਾਨ ਪਾਇਆ ਹੈ, ਲੇਕਿਨ ਮੈਂ ਆਪ ਜੀ ਦੇ ਨਾਲ ਜਿਹੜੀ ਗੱਲ ਕਰਨ ਲੱਗਾ ਕਿ ਜੋ ਬੀਬੀਆਂ ਦਾ ਯੋਗਦਾਨ ਹੈ ਉਹ ਕੁਝ ਕੁ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹਾਂ। ਇੱਕ ਤੇ ਗੁਰੂ ਪਰਿਵਾਰ ਵਿੱਚ ਜਿਹੜੀਆਂ ਬੀਬੀਆਂ ਹਨ ਉਹਨਾਂ ਦਾ ਕੀ ਯੋਗਦਾਨ ਰਿਹਾ ਹੈ। ਦੂਸਰੇ ਨੰਬਰ ਤੇ ਹੈ ਗੁਰੂ ਸਾਹਿਬ ਦੀਆਂ ਮੁਸਲਮਾਨ ਸ਼ਰਧਾਲੂ ਇਸਤਰੀਆਂ, ਉਹਨਾਂ ਬਾਰੇ ਵੀ ਮੈਂ ਗੱਲ ਕਰਨੀ ਹੈ। ਵਿਦਿਅਕ ਖੇਤਰ ਵਿੱਚ ਜੋ ਸਿੱਖ ਬੀਬੀਆਂ ਹਨ ਉਹਨਾਂ ਨੇ ਕੀ ਮੱਲਾਂ ਮਾਰੀਆਂ ਹਨ, ਔਰ ਫਿਰ ਜੁਝਾਰੂ ਤੇ ਸ਼ਹੀਦ ਸਿੱਖ ਇਸਤਰੀਆਂ ਜਿਨ੍ਹਾਂ ਦਾ ਜ਼ਿਕਰ ਅਸੀਂ ਅਰਦਾਸ ਵਿੱਚ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਸੀ ਨਹੀਂ ਕੀਤੀ, ਔਰ ਹੋਰ ਮੈਦਾਨੇ ਜੰਗ ਦੇ ਅੰਦਰ ਮਾਈ ਭਾਗ ਕੌਰ ਜੀ ਵਰਗੀਆਂ ਜਿਹੜੀਆਂ ਬੀਬੀਆਂ ਹਨ ਉਹਨਾਂ ਨੇ ਮੈਦਾਨੇ ਜੰਗ ਅੰਦਰ ਕਿਸ ਤਰ੍ਹਾਂ ਆਪਣੇ ਜੋਹਰ ਦਿਖਾਏ ਹਨ ਤਲਵਾਰ ਦੇ, ਔਰ ਮਰਦਾਂ ਨਾਲੋਂ ਕਿਤੇ ਵੀ ਪਿੱਛੇ ਨਹੀਂ ਰਹੀਆਂ। ਫਿਰ ਇਸ ਤੋਂ ਇਲਾਵਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਿਹੜੇ ਮੋਰਚੇ ਲੱਗੇ ਹਨ ਉਹਨਾਂ ਦੇ ਵਿੱਚ, ਔਰ ਆਜ਼ਾਦੀ ਦੀ ਲਹਿਰ ਵਿੱਚ ਸਿੱਖ ਬੀਬੀਆਂ ਨੇ ਆਪਣਾ ਕੀ ਯੋਗਦਾਨ ਪਾਇਆ ਹੈ ਉਹ ਵੀ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਔਰ ਫਿਰ ਰਾਜਨੀਤਿਕ ਫੀਲਡ ਦੇ ਅੰਦਰ ਵੀ ਬੀਬੀਆਂ ਜਿਹੜੀਆਂ ਹਨ ਉਹ ਪਿੱਛੇ ਨਹੀਂ ਰਹੀਆਂ,
ਔਰ ਹੋਰ ਸ਼ਰਧਾਲੂ ਇਸਤਰੀਆਂ ਜਿਹੜੀਆਂ ਹਨ ਉਹਨਾਂ ਦਾ ਵੀ ਜ਼ਿਕਰ ਹੈ। ਤੋ ਤਕਰੀਬਨ 7 ਜਿਹੜੇ ਹਨ ਉਹ ਐਸੇ ਜਿਹੜੇ ਪੁਆਇੰਟ ਹਨ ਜਿਨ੍ਹਾਂ ਦੇ ਬਾਰੇ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ। ਤੋ ਹੋ ਸਕਦਾ ਹੈ ਕਿ ਅੱਜ ਦੇ ਜਿਹੜਾ ਲੈਕਚਰ ਹੈ ਉਸ ਦੇ ਦੌਰਾਨ ਮੈਂ ਆਪ ਜੀ ਦੇ ਨਾਲ ਇਸ ਨੂੰ ਕਨਕਲੂਡ ਨਾ ਕਰ ਸਕਾਂ, ਤੇ ਅਗਲੇ ਜਿਹੜੇ ਲੈਕਚਰ ਹਨ ਉਹਨਾਂ ਦੇ ਵਿੱਚ ਮੈਂ ਇਹਨਾਂ ਦੀ ਲੜੀਵਾਰ ਜਿਹੜੇ ਅੱਜ ਵੀ ਕਰਾਂਗਾ ਔਰ ਬਾਅਦ ਵਿੱਚ ਵੀ ਆਪ ਜੀ ਦੇ ਨਾਲ ਮੈਂ ਇਹ ਸਾਂਝਾ ਕਰਦਾ ਰਹਾਂਗਾ ਜਿਸ ਤਰ੍ਹਾਂ ਸਮਾਂ ਜਿਹੜਾ ਹੈ ਉਹ ਮਿਲੇਗਾ। ਤੋ ਅਸੀਂ ਗੱਲ ਸਮਝੀਏ ਕਿ ਪ੍ਰਾਪਤ ਲਿਖਤੀ ਸਿੱਖ ਇਤਿਹਾਸ ਵਿੱਚ ਸਿੱਖ ਇਸਤਰੀਆਂ ਬਾਰੇ ਜਾਣਕਾਰੀ ਦੇਣ ਲਈ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ। ਵਾਪਰੀਆਂ ਘਟਨਾਵਾਂ ਬਾਰੇ ਸਹੀ ਜਾਣਕਾਰੀ ਦੇਣਾ ਇਤਿਹਾਸਕ ਰਚਨਾ ਦਾ ਮੁੱਖ ਮੰਤਵ ਹੁੰਦਾ ਹੈ। ਇਹ ਸਾਰੀ ਜਾਣਕਾਰੀ ਦੇਣ ਦਾ ਫਰਜ਼ ਇਤਿਹਾਸਕਾਰ ਦਾ ਹੁੰਦਾ ਹੈ ਜਿਸ ਨੇ ਇਤਿਹਾਸ ਲਿਖਣਾ ਹੁੰਦਾ ਹੈ। ਇਤਿਹਾਸ ਤਾਂ ਬਣਾਇਆ ਹੈ ਲੇਕਿਨ ਸਾਡਾ ਇਤਿਹਾਸ ਲਿਖਣ ਵਾਲਾ ਵੀ ਜਿਹੜਾ ਹੈ ਉਹ ਦੂਸਰੇ ਮਜ਼ਹਬਾਂ ਵਾਲੇ ਸਨ, ਗੈਰ ਸਿੱਖ ਸਨ। ਤਾਂ ਉਹਨਾਂ ਨੇ ਕਿੰਨਾ ਕੁ ਇਸ ਦੇ ਨਾਲ ਜਿਹੜਾ ਹੈ ਜਸਟਿਸ ਕੀਤਾ ਹੋਏਗਾ, ਉਹ ਅਸੀਂ ਇਤਿਹਾਸ ਜਿਹੜੇ ਦੇਖਦੇ ਹਾਂ ਗਾਏ ਬਗਾਏ ਸਾਡੇ ਸਾਹਮਣੇ ਚੀਜ਼ਾਂ ਆ ਹੀ ਜਾਂਦੀਆਂ ਹਨ। ਸਾਡੇ ਗੁਰੂਆਂ ਸਾਹਿਬ ਦੇ ਨਾਲ ਵੀ ਕਈ ਐਸੀਆਂ ਚੀਜ਼ਾਂ ਜਿਹੜੀਆਂ ਹਨ ਉਹ ਲਿਖੀਆਂ ਜਾਂਦੀਆਂ ਹਨ, ਉਹ ਸਾਡੀ ਸ਼੍ਰੋਮਣੀ ਕਮੇਟੀ ਵੀ ਅੱਖਾਂ ਮੀਟ ਕੇ ਉਸ ਨੂੰ ਪਬਲਿਸ਼ ਕਰ ਦਿੰਦੀ ਹੈ। ਤਾਂ ਇਤਿਹਾਸਕਾਰ ਇੱਕ ਵਾਪਰੀ ਘਟਨਾ ਪ੍ਰਤੀ ਕੀ ਰਵੱਈਆ ਰੱਖਦਾ ਹੈ ਅਤੇ ਉਸ ਨੂੰ ਕਿਵੇਂ ਪੇਸ਼ ਕਰਦਾ ਹੈ, ਇਸ ਤੱਥ ਦਾ ਉਸ ਦੇ ਨਜ਼ਰੀਏ ਨਾਲ ਬਹੁਤ ਵੱਡਾ ਸੰਬੰਧ ਹੈ। ਇਸੇ ਲਈ ਕਿਸੇ ਵੀ ਇਤਿਹਾਸਕ ਘਟਨਾ ਦੀ ਪੜਚੋਲ ਕਰਨ ਲੱਗਿਆਂ ਉਸ ਸਮੇਂ ਦੇ ਸੱਭਿਆਚਾਰ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ, ਨਾ ਕਿ ਵਰਤਮਾਨ ਸਮੇਂ ਦੇ ਮਾਪਦੰਡਾਂ ਮੁਤਾਬਕ, ਜਦੋਂ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਵਿੱਚ ਬਹੁਤ ਤਬਦੀਲੀਆਂ ਆ ਚੁੱਕੀਆਂ ਹੁੰਦੀਆਂ ਹਨ। ਮਤਲਬ ਅੱਜ ਦੇ ਅਸੀਂ ਦੇਖੀਏ ਕਿ ਸਾਡੀਆਂ ਬੀਬੀਆਂ ਜਾਂ ਅਸੀਂ ਸਿੰਘ ਸਾਡੇ ਕਿਸ ਤਰ੍ਹਾਂ ਹਾਂ, ਤੇ ਅਸੀਂ ਉਸ ਐਂਗਲ ਤੋਂ ਜਿਹੜੇ ਸਾਡੇ ਤੋਂ ਪਹਿਲਾਂ ਬਜ਼ੁਰਗ ਹੋ ਚੁੱਕੇ ਹਨ, ਜਿਨ੍ਹਾਂ ਨੇ ਮਾਰ ਕੇ ਮਾਰੇ ਹਨ, ਜਿਨ੍ਹਾਂ ਨੇ ਕੌਮ ਵਾਸਤੇ ਜ਼ਫਰ ਜਾਲੇ ਹਨ, ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਅਸੀਂ ਆਪਣੇ ਆਪ ਨੂੰ ਉਸ ਸਮੇਂ ਦੇ ਜਿਹੜੇ ਸਿੰਘ ਸਨ ਜਾਂ ਬੀਬੀਆਂ ਸਨ ਉਹਨਾਂ ਨਾਲ ਅਸੀਂ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਅੱਜ ਕੱਲ੍ਹ ਸਾਡੇ ਅੰਦਰ ਕਈ ਕਮਜ਼ੋਰੀਆਂ ਆ ਚੁੱਕੀਆਂ ਹਨ। ਹਾਂ, ਇਹ ਠੀਕ ਹੈ ਕਿ ਸਾਡਾ ਨਾਂ, ਸਾਡਾ ਦਿੱਖ ਜਿਹੜੀ ਹੈ ਬਾਣਾ ਔਰ ਜਿਹੜਾ ਹੈ ਉਹ ਬਿਲਕੁਲ ਉਹਨਾਂ ਵਰਗਾ ਹੈ ਜਿਨ੍ਹਾਂ ਨੇ ਇਤਿਹਾਸ ਦੇ ਅੰਦਰ ਬੜੇ ਮਾਰ ਕੇ ਮਾਰੇ ਹਨ। ਤੋ ਇਹ ਸਮਝਣ ਵਾਲੀ ਗੱਲ ਹੈ ਕਿ ਇਤਿਹਾਸਕਾਰ ਆਪ ਵੀ ਆਪਣੇ ਸਮੇਂ ਦੇ ਸੱਭਿਆਚਾਰ ਦੀ ਉਪਜ ਹੁੰਦਾ ਹੈ ਅਤੇ ਉਸ ਦਾ ਧਿਆਨ ਸੁਭਾਵਕ ਹੀ ਉਸ ਗੱਲ ਵੱਲ ਜ਼ਿਆਦਾ ਜਾਂਦਾ ਹੈ ਜੋ ਉਸ ਸਮੇਂ ਦੇ ਸੱਭਿਆਚਾਰ ਵਿੱਚ ਜ਼ਿਆਦਾ ਮਹੱਤਤਾ ਰੱਖਦੀ ਹੈ, ਕਿਉਂਕਿ ਉਸ ਸਮੇਂ ਦੇ ਸਮਾਜ ਵਿੱਚ ਇਸਤਰੀਆਂ ਕੋਲੋਂ ਕਿਸੇ ਤਰ੍ਹਾਂ ਦੇ ਯੋਗਦਾਨ ਦੀ ਉਮੀਦ ਨਹੀਂ ਕੀਤੀ ਜਾਂਦੀ ਸੀ। ਇਸ ਲਈ ਇਸਤਰੀ ਨਜ਼ਰੀਏ ਅਤੇ ਇਸਤਰੀ ਦੁਆਰਾ ਪਾਏ ਜਾ ਸਕਣ ਵਾਲੇ ਸੰਭਾਵਤ ਯੋਗਦਾਨ ਵੱਲ ਕਿਸੇ ਇਤਿਹਾਸਕਾਰ ਦਾ ਧਿਆਨ ਹੀ ਨਹੀਂ ਗਿਆ। ਇਹੀ ਕਾਰਨ ਹੈ ਕਿ ਸਮੇਂ ਦੇ ਇਤਿਹਾਸਕਾਰਾਂ ਨੇ ਇਸਤਰੀ ਵੱਲੋਂ ਪਾਏ ਗਏ ਯੋਗਦਾਨ ਨੂੰ ਗੌਲਿਆ ਹੀ ਨਹੀਂ ਔਰ ਨਾ ਹੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਇਤਿਹਾਸ ਦੇ ਵਰਕਿਆਂ ਵਿੱਚ ਉਹਨਾਂ ਦੇ ਯੋਗਦਾਨ ਨੂੰ ਦਰਜ ਕਰਨ ਬਾਰੇ ਸੋਚਦੇ। ਅੱਜ ਜੋ ਵੀ ਜਾਣਕਾਰੀ ਸਾਨੂੰ ਇਤਿਹਾਸ ਵਿੱਚ ਇਸਤਰੀਆਂ ਵੱਲੋਂ ਪਾਏ ਯੋਗਦਾਨ ਬਾਰੇ ਮਿਲਦੀ ਹੈ ਉਹ ਪੁਰਾਤਨ ਸਾਹਿਤ ਤੇ ਆਧਾਰਿਤ ਹੈ, ਜਿਸ ਵਿੱਚ ਗੁਰੂ ਸਾਹਿਬਾਨ ਤੇ ਅਤੇ ਹੋਰ ਸਿੱਖਾਂ ਦੇ ਜੀਵਨ ਸਮਾਚਾਰਾਂ ਰਾਹੀਂ ਉਹਨਾਂ ਦੀਆਂ ਸ਼ਖਸੀਅਤਾਂ ਦਾ ਅਧਿਐਨ ਕਰਦਿਆਂ ਪੁਰਾਤਨ ਇਤਿਹਾਸਕਾਰ ਆਪਣੀ ਕਲਪਨਾ ਸ਼ਕਤੀ ਰਾਹੀਂ ਉਸ ਸਮੇਂ ਦੇ ਸਮਾਜ ਅਤੇ ਗੁਰੂ ਪਰਿਵਾਰਾਂ ਵਿੱਚ ਵਿਚਰੇ। ਗੁਰੂ ਸਾਹਿਬਾਨ ਦੇ ਪਰਿਵਾਰਕ ਜੀਵਨ ਦਾ ਚਿੱਤਰ ਖਿੱਚਦਿਆਂ ਉਹਨਾਂ ਅਨਭੋਲ ਹੀ ਗੁਰੂ ਪਰਿਵਾਰਾਂ ਦੀਆਂ ਅਤੇ ਸਮਾਜਿਕ ਖੇਤਰ ਵਿੱਚ ਵਿਚਰਦੀਆਂ ਹੋਰ ਬੀਬੀਆਂ ਬਾਰੇ ਵੀ ਜਾਣਕਾਰੀ ਦੇ ਦਿੱਤੀ। ਬੀਬੀਆਂ ਦੇ ਨਜ਼ਰੀਏ ਤੋਂ ਸਿੱਖ ਇਤਿਹਾਸ ਦਾ ਗੰਭੀਰਤਾ ਨਾਲ ਅਧਿਐਨ ਕੀਤਿਆਂ ਬੀਬੀਆਂ ਦੇ ਯੋਗਦਾਨ ਬਾਰੇ ਕਾਫੀ ਅਜਿਹੀਆਂ ਲਿਖਤਾਂ ਮਿਲ ਜਾਂਦੀਆਂ ਹਨ ਜਿੱਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਸਿੱਖ ਗੁਰੂਆਂ ਵੱਲੋਂ ਲੋਕ ਮਾਨਸਿਕਤਾ ਵਿੱਚ ਲਿਆਂਦੀਆਂ ਕ੍ਰਾਂਤੀਕਾਰੀ ਤਬਦੀਲੀਆਂ ਸਦਕਾ ਬੀਬੀਆਂ ਦਾ ਰੁਤਬਾ ਸਮਾਜ ਵਿੱਚ ਬਹੁਤ ਉੱਚਾ ਹੋ ਗਿਆ ਸੀ। ਜਿਵੇਂ ਉੱਪਰ ਅਸੀਂ ਬਿਆਨ ਕੀਤਾ ਹੈ, ਗੁਰੂ ਕਾਲ ਤੋਂ ਬਾਅਦ ਸਿੱਖਾਂ ਨੂੰ ਅਤ ਕਰੜੇ ਇਮਤਿਹਾਨਾਂ ਵਿੱਚੋਂ ਲੰਘਣਾ ਪਿਆ। ਪੱਤਾ ਸਿੰਘਾਂ ਦਾ ਵੈਰੀ ਹੈ। ਸਿੰਘਾਂ ਨੂੰ ਘਰ ਘਾਟ ਛੱਡਣੇ ਪਏ ਔਰ ਜੰਗਲ ਬਿਆਬਾਨਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਉਹਨਾਂ ਨੂੰ ਦਿਨ ਰਾਤ ਬਿਤਾਣੇ ਪਏ ਔਰ ਖੰਨੇ ਪ੍ਰਸ਼ਾਦੇ ਤੇ ਕਈ ਵਾਰੀ ਮਸਤ ਲੰਗਰ ਦੇ ਹਿਸਾਬ ਨਾਲ ਵੀ ਉਹਨਾਂ ਨੂੰ ਆਪਣੇ ਜੀਵਨ ਜਿਹੜੇ ਹਨ ਉਹ ਕਰੜੇ ਜਿਹੜੇ ਹਨ ਉਹ ਦਿਨਾਂ ਵਿੱਚੋਂ ਲੰਘਣਾ ਪਿਆ। ਇਸ ਔਖੇ ਸਮੇਂ ਵਿੱਚ ਬੀਬੀਆਂ ਵੱਲੋਂ ਨਿਭਾਏ ਯੋਗਦਾਨ ਬਿਨਾਂ
ਸਿੱਖ ਇਤਿਹਾਸ ਉਹ ਨਹੀਂ ਸੀ ਹੋਣਾ ਜੋ ਅੱਜ ਹੈ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ। ਅਣਗਿਣਤ ਹੀ ਬੀਬੀਆਂ ਘੱਲੂਘਾਰਿਆਂ ਸਮੇਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੰਗ ਦੇ ਮੈਦਾਨ ਵਿੱਚ ਡਟੀਆਂ। ਅਖੌਤੀ ਬਾਗੀ ਸਿੱਖਾਂ ਨੂੰ ਆਸਰਾ ਦੇਣਾ, ਲੰਗਰ ਤਿਆਰ ਕਰਨੇ ਅਤੇ ਗੁਪਤ ਸੂਚਨਾਵਾਂ ਦੇਣੀਆਂ ਆਦਿ ਇਸਤਰੀਆਂ ਦਾ ਰੋਜ਼ ਦਾ ਕੰਮ ਸੀ। ਜੇ ਇੱਕ ਸਿੰਘ ਸ਼ਹੀਦ ਹੋ ਜਾਂਦਾ ਤਾਂ ਉਸ ਦੀ ਥਾਂ ਤੇ ਹੋਰ ਪੈਦਾ ਹੋ ਜਾਂਦੇ। ਆਪਣੇ ਬੱਚਿਆਂ ਨੂੰ ਸਿੱਖੀ ਸਿਦਕ ਨਾਲ ਸਰਸ਼ਾਰ ਕਰਨਾ ਇਹਨਾਂ ਬੀਬੀਆਂ ਦੇ ਅਪਾਰ ਸਿਦਕ ਦੀ ਹੀ ਦੇਣ ਹੈ। ਸਿੱਖ ਇਹਨਾਂ ਮਹਾਨ ਇਸਤਰੀਆਂ ਨੂੰ ਰੋਜ਼ ਆਪਣੀ ਅਰਦਾਸ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਕਿ ਜਿਨ੍ਹਾਂ ਬੱਚਿਆਂ ਦੇ ਛੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹੱਥ ਪਵਾਏ ਗਏ, ਉਹਨਾਂ ਦਾ ਜਿਹੜਾ ਹੈ ਜ਼ਿਕਰ ਅਸੀਂ ਇਤਿਹਾਸ ਦੇ ਵਿੱਚ ਅਸੀਂ ਬਾਰ-ਬਾਰ ਕਰਦੇ ਹਾਂ। ਪਰ ਉਹਨਾਂ ਨੇ ਬੀਬੀਆਂ ਨੇ ਸਿਦਕ ਨਹੀਂ ਹਾਰਿਆ। ਭਾਵੇਂ ਆਪਣੇ ਬੱਚਿਆਂ ਦੇ ਆਪਣੇ ਗੋਦ ਵਿੱਚ ਦੁੱਧ ਪੀਂਦੇ ਬੱਚਿਆਂ ਨੂੰ ਹੀ ਜ਼ਾਲਮ ਨੇ ਖੋਹ ਕੇ ਉਹਨਾਂ ਨੂੰ ਉੱਪਰ ਉਛਾਲ ਕੇ ਨੇਜੇ ਦੇ ਵਿੱਚ ਟੰਗ ਦਿੱਤਾ, ਪਰ ਬੀਬੀਆਂ ਨੇ ਆਪਣਾ ਸਿਦਕ ਨਹੀਂ ਹਾਰਿਆ ਤੇ ਬਾਅਦ ਵਿੱਚ ਅਰਦਾਸ ਵਿੱਚ ਇਹ ਹੀ ਕਿਹਾ ਕਿ हे ਸੱਚੇ ਪਾਤਸ਼ਾਹ ਜੀ, ਚਾਰ ਪਹਿਰ ਦਿਨ ਸੁਖੀ ਨਾਲ ਬਤੀਤ ਹੋਇਆ ਹੈ, ਚਾਰ ਪਹਿਰਾਂ ਨਹੀਂ ਹੈ ਸੁਖ ਨਾਲ ਬਤੀਤ ਕਰਨਾ, ਆਪਣੇ ਭਾਣੇ ਵਿੱਚ ਬਿਤਾਉਣ ਦੀ ਆਗਿਆ ਬਖਸ਼ਿਸ਼ ਕਰਨਾ। ਆਪਣੇ ਬੱਚਿਆਂ ਨੂੰ ਅਸੀਸ ਦੇ ਕੇ ਉਸ ਸਮੇਂ ਲੜਾਈ ਦੇ ਮੈਦਾਨ ਵਿੱਚ ਭੇਜਿਆ ਜਦੋਂ ਮੈਦਾਨੇ ਜੰਗ ਵਿੱਚੋਂ ਜਿਉਂਦਾ ਵਾਪਸ ਆਉਣਾ ਮੁਮਕਿਨ ਹੀ ਨਹੀਂ ਸੀ। ਪਰ ਬੀਬੀਆਂ ਨੇ ਹੌਸਲਾ ਦਿਖਾਇਆ ਔਰ ਆਪਣੇ ਬੱਚਿਆਂ ਨੂੰ ਅਸੀਸ ਦੇ ਕੇ ਸਿਰ ਤੇ ਔਰ ਉਹਨੂੰ ਮੈਦਾਨੇ ਜੰਗ ਵਿੱਚ ਧਰਮ ਤੋਂ ਕੁਰਬਾਨ ਹੋਣ ਵਾਸਤੇ ਭੇਜਿਆ। ਅਣਗਿਣਤ ਇਸਤਰੀਆਂ ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਇਹਨਾਂ ਇਸਤਰੀਆਂ ਨੇ ਆਪਣੀ ਬਹਾਦਰੀ ਦੇ ਕਾਰਨਾਮਿਆਂ ਰਾਹੀਂ ਦੁਸ਼ਮਣਾਂ ਨੂੰ ਵੀ ਹੈਰਾਨ ਕਰ ਦਿੱਤਾ। ਇੱਕ ਪਾਦਰੀ ਸਾਹਿਬ ਸ੍ਰੀ C.F. ਐਂਡਰੂ, ਜਿਨ੍ਹਾਂ ਨੇ ਅਕਾਲੀ ਮੋਰਚਿਆਂ ਦੌਰਾਨ ਸ਼ਾਂਤਮਈ ਸਿੱਖ ਮਰਦਾਂ ਤੇ ਇਸਤਰੀਆਂ ਤੇ ਅੰਨ੍ਹੇਵਾਹ ਗੋਲੀਆਂ ਵਰਦੀਆਂ ਆਪਣੇ ਅੱਖੀਂ ਡਿੱਠੀਆਂ ਸਨ, ਇਹਨਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿ ਸਕਿਆ। ਅੱਤ ਦੀ ਮਾਰ ਖਾ ਕੇ ਵੀ ਸ਼ਾਂਤਮਈ ਰਹਿਣ ਦਾ ਪ੍ਰਣ ਨਿਭਾਉਂਦੇ ਸਿੱਖਾਂ ਨੇ ਇੱਕ ਨਵੇਂ ਤਰੀਕੇ ਨਾਲ ਲੜਾਈ ਲੜਨ ਦੀ ਇੱਕ ਨਵੀਂ ਮਿਸਾਲ ਪੈਦਾ ਕੀਤੀ ਅਤੇ ਸੰਸਾਰ ਨੂੰ ਸੱਚ ਆਚਾਰੀ ਲੜਾਈ ਲੜਨ ਦਾ ਵੱਲ ਸਿਖਾਇਆ। ਇਹ ਪਤਾ ਹੁੰਦਿਆਂ ਕਿ ਸਿੱਖ ਨੂੰ ਕਰੜੀ ਮਾਰ ਪੈਣੀ ਹੈ, ਸਿੱਖ ਮਾਵਾਂ, ਭੈਣਾਂ ਤੇ ਪਤਨੀਆਂ ਆਪਣੇ ਪਿਆਰਿਆਂ ਮਰਦ ਪਰਿਵਾਰਕ ਮੈਂਬਰਾਂ ਨੂੰ ਇਹ ਅਸੀਸ ਦੇ ਕੇ ਘਰੋਂ ਵਿਦਾ ਕਰਦੀਆਂ ਸਨ। ਆਈ ਕੋਟ, ਪਿਆਰੇ ਬੱਚੇ, ਪੰਥ ਦੀ ਚੜ੍ਹਦੀ ਕਲਾ ਲਈ ਮੈਦਾਨੇ ਜੰਗ ਵਿੱਚ ਜਾ ਅਤੇ ਆਪਣੇ ਲਾਸਾਨੀ ਆਤਮ ਬਲਿਦਾਨ ਦੀ ਮੈਨੂੰ ਬਖਸ਼ਿਸ਼ ਕਰ। ਪਿਛਲੇ ਹਫ਼ਤੇ ਕੀਤਾ ਸੀ ਕਿ ਪੋਹ ਫੁਟਾਲੇ ਸਮੇਂ ਇੱਕ ਸਿੱਖ ਮਾਂ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਜਾਂਦੀ ਦਿਸੀ। ਦੀਵਾਨ ਕੌੜਾਮਲ, ਜੋ ਉਸ ਸਮੇਂ ਲਾਹੌਰ ਦਰਬਾਰ ਵਿੱਚ ਮੰਤਰੀ ਸੀ, ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਹੀ ਹੈ। ਉਸ ਇਸਤਰੀ ਨੇ ਜਵਾਬ ਦਿੱਤਾ ਕਿ ਮੈਂ ਦਰਬਾਰ ਸਾਹਿਬ ਜਾ ਰਹੀ। ਇੱਥੇ ਅੱਜ ਬਹੁਤ ਸੰਗਤ ਜੁੜ ਰਹੀ ਹੈ ਅਤੇ ਮੈਂ ਆਪਣੇ ਬੱਚੇ ਨਾਲ ਨਾਮ ਦੇ ਸਾਗਰ ਵਿੱਚ ਚੁੱਭੀਆਂ ਲਾਉਣ ਲਈ ਇੱਥੇ ਆਈ ਹਾਂ। ਦੀਵਾਨ ਕੌੜਾਮਲ ਨੇ ਉਸ ਨੂੰ ਦੱਸਿਆ ਕਿ ਅੱਜ ਖਾਲਸੇ ਨਾਲ ਬਹੁਤ ਵੱਡਾ ਧੋਖਾ ਹੋਣਾ ਹੈ। ਸ਼ਾਹੀ ਹੁਕਮਾਂ ਅਨੁਸਾਰ ਅੱਜ ਜੋ ਵੀ ਦਰਬਾਰ ਸਾਹਿਬ ਆਏਗਾ ਉਸ ਨੂੰ ਮਾਰ ਦਿੱਤਾ ਜਾਏਗਾ ਅਤੇ ਅਣਗਿਣਤ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਉਸ ਸਿੱਖ ਮਾਂ ਦੇ ਜਜ਼ਬੇ ਨੂੰ ਦੇਖੋ ਸਲਾਮ ਹੈ ਕਿ ਉਸ ਸਿੱਖ ਮਾਂ ਨੇ ਜਵਾਬ ਦਿੱਤਾ ਦੀਵਾਨ ਕੌੜਾਮਲ ਨੂੰ, ਹੇ ਭਲੇ ਆਦਮੀ, ਫਿਰ ਕੀ ਹੋਇਆ ਕਿ ਮੇਰਾ ਖੂਨ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਰਲ ਜਾਂਦਾ ਹੈ ਤਾਂ ਕੀ ਇਹ ਮੌਤ ਹੈ? ਦੀਵਾਨ ਕੌੜਾਮਲ ਨੂੰ ਜਦੋਂ ਇਹ ਸਵਾਲ ਪੁੱਛਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਤੇ ਉਹਨੇ ਕਿਹਾ, ਇਸ ਮਾਸੂਮ ਬੱਚੇ ਤੇ ਤਾਂ ਤਰਸ ਕਰ। ਉਸ ਬੀਬੀ ਜੀ ਨੇ ਬੜੇ ਹੀ ਆਤਮ ਵਿਸ਼ਵਾਸ ਨਾਲ ਉਸ ਵੱਲ ਵੇਖਿਆ ਹੀ ਨਹੀਂ ਤੇ ਅੱਗੇ ਲੰਘ ਗਈ। ਇਹ ਦੀਵਾਨ, ਮੈਂ ਬੱਚੇ ਤੇ ਤਰਸ ਕਰਦੀ ਹਾਂ, ਇਸ ਲਈ ਹੀ ਤਾਂ ਇਸ ਨੂੰ ਮੈਂ ਨਾਲ ਲੈ ਕੇ ਆਈ ਹਾਂ। ਤੈਨੂੰ ਨਹੀਂ ਪਤਾ ਸਾਨੂੰ ਇਸ ਮੌਤ ਵਿੱਚੋਂ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ, ਜਿਹੜਾ ਕਿ ਹਰ ਇੱਕ ਸਿੱਖ ਜਿਹੜਾ ਹੈ ਉਹ ਲੋਚਦਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਸਿੱਖ ਇਤਿਹਾਸ ਦੀ ਇੱਕ ਹੋਰ ਘਟਨਾ ਵੀ ਬਿਆਨਦੇ ਹਨ। ਲਾਹੌਰ ਦੇ ਗਵਰਨਰ ਨੇ ਇੱਕ ਵਿਧਵਾ ਮਾਂ ਦੇ ਇਕਲੌਤੇ ਲੜਕੇ ਨੂੰ ਸਿੱਖ ਹੋਣ ਦੇ ਜ਼ੁਰਮ ਵਿੱਚ ਕੈਦ ਕਰ ਲਿਆ।
ਉਸ ਨੂੰ ਹੁਕਮ ਕੀਤਾ ਗਿਆ ਕਿ ਸਿੱਖ ਧਰਮ ਤਿਆਗ ਦੇਵੇ, ਨਹੀਂ ਤਾਂ ਮੌਤ ਲਈ ਤਿਆਰ ਹੋ ਜਾਵੇ। ਵਿਧਵਾ ਮਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਕਿ ਉਸ ਦੇ ਲੜਕੇ ਨੂੰ ਧਰਮ ਤੋਂ ਨਾ ਡਿੱਗਣ ਦਿੱਤਾ ਜਾਏ, ਉਸ ਨੂੰ ਬਚਾਇਆ ਜਾਏ। ਉਸ ਦੀ ਗੁਰੂ ਅੱਗੇ ਕੀਤੀ ਅਰਦਾਸ ਉੱਤੇ ਅਟਲ ਵਿਸ਼ਵਾਸ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਕਿ ਲੜਕਾ ਧਰਮ ਬਦਲੀ ਨਹੀਂ ਕਰੇਗਾ ਔਰ ਨਾ ਹੀ ਆਪਣੇ ਵਿਸ਼ਵਾਸ ਤੋਂ ਡਿੱਗੇਗਾ। ਮਾਂ ਨੇ ਗੁਰੂ ਕੋਲੋਂ ਪੁੱਤਰ ਦੀ ਜ਼ਿੰਦਗੀ ਨਹੀਂ, ਸਗੋਂ ਉਸ ਲਈ ਦ੍ਰਿੜਤਾ ਮੰਗੀ ਅਤੇ ਅਰਦਾਸ ਕਰਕੇ ਗੁਰੂ ਦੀ ਰਖਵਾਲੀ ਪ੍ਰਤੀ ਯਕੀਨ ਵਿੱਚ ਪੱਕੀ ਹੋ ਗਈ। ਭਾਈ ਵੀਰ ਸਿੰਘ ਜੀ, ਗਿਆਨੀ ਤਰਲੋਕ ਸਿੰਘ ਜੀ ਅਤੇ ਗਿਆਨੀ ਕਰਮ ਸਿੰਘ ਜੀ ਦੇ ਸਿੱਖ ਇਤਿਹਾਸ ਇਸਤਰੀਆਂ ਬਾਰੇ ਲਿਖੇ ਇਤਿਹਾਸਕ ਨਾਵਲਾਂ ਕਲਪਨਾ ਤੇ ਇਤਿਹਾਸ ਦਾ ਬੜਾ ਸੁੰਦਰ ਸੁਮੇਲ ਹੈ। ਇਹਨਾਂ ਇਸਤਰੀਆਂ ਵਿੱਚ ਉਹ ਸਾਰੇ ਗੁਣ ਹਨ ਜਿਨ੍ਹਾਂ ਦੀ ਸਿੱਖ ਮਰਦਾਂ ਤੋਂ ਉਮੀਦ ਕੀਤੀ ਜਾਂਦੀ ਹੈ। ਭਾਈ ਵੀਰ ਸਿੰਘ ਜੀ ਰਚਿਤ ਨਾਵਲ ਦੀ ਮੁੱਖ ਪਾਤਰ ਸੁੰਦਰੀ ਸਾਡੇ ਸਾਹਮਣੇ ਇੱਕ ਰੋਸ਼ਨ ਮਨਾਰੇ ਦੀ ਤਰ੍ਹਾਂ ਹੈ। ਆਪਣੇ ਭਰਾਵਾਂ ਨੂੰ ਆਖਰੀ ਸੁਨੇਹਾ ਦਿੰਦੀ ਹੋਈ ਸੁੰਦਰੀ ਨਾਰੀ ਅਧਿਕਾਰਾਂ ਦੀ ਮੁਦਈ ਬਣੀ ਪ੍ਰਤੀਤ ਹੁੰਦੀ ਹੈ। ਔਰ ਮੈਂ ਕੋਟ ਕਰਦਾ ਜੋ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਮੇਰੀ ਪ੍ਰਾਰਥਨਾ ਹੈ ਤੁਸੀਂ ਆਪਣੀਆਂ ਇਸਤਰੀਆਂ ਨੂੰ ਸਾਥੀ ਜਾਣਿਓ ਤੇ ਨੀਚ ਨਾ ਬਣਾਇਓ। ਜਦ ਉਹਨਾਂ ਨੂੰ ਨੀਚ ਜਾਣੋਗੇ, ਉਹਨਾਂ ਪਾਸ ਬੇਤਰਸ ਕਰੜਾਈ ਕਰੋਗੇ, ਪਰ ਜਦ ਪਰ ਨਾਰੀ ਨੂੰ ਮੰਦ ਦ੍ਰਿਸ਼ਟੀ ਨਾਲ ਦੇਖੋਗੇ, ਤਦ ਹੀ ਆਪਣੇ ਤੇਜ ਪ੍ਰਤਾਪ ਦਾ ਗਿਰਾਓ ਸ਼ੁਰੂ ਹੁੰਦਾ ਸਮਝਿਓ। ਸ਼ਾਸਤਰਾਂ ਵਿੱਚ ਇਸਤਰੀ ਸ਼ੂਦਰ ਲਿਖੀ ਹੈ, ਸਾਡੇ 10 ਹੀ ਗੁਰੂਆਂ ਨੇ ਸਲਾਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਪਮਾ ਲਿਖੀ ਹੈ ਤੇ ਨਾਮ ਬਾਣੀ ਦਾ ਅਧਿਕਾਰ ਇਸਤਰੀ ਨੂੰ ਪੂਰਾ ਦਿੱਤਾ ਹੈ। ਤਿਵੇਂ 10ਵੇਂ ਗੁਰੂ ਜੀ ਨੇ ਵੀ ਅੰਮ੍ਰਿਤ ਮਾਈਆਂ ਨੂੰ ਬਖਸ਼ਿਆ ਹੈ ਤੇ ਮਾਤਾ ਜੀ ਦੇ ਪਵਿੱਤਰ ਹੱਥਾਂ ਨੇ ਅੰਮ੍ਰਿਤ ਵਿੱਚ ਜਿਹੜਾ ਹੈ ਆਪਣਾ ਯੋਗਦਾਨ ਪਾਇਆ। ਆ ਹੁਣ ਤੱਕ ਤੁਸਾਂ ਅਸਾਂ ਤੇ ਦਇਆ ਕਰਦੇ ਹੋ, ਜਾਨਾਂ ਹੂਲ ਕੇ ਰਾਖੀਆਂ ਕਰਦੇ ਹੋ ਅਤੇ ਸਤਿਕਾਰ ਦਿੰਦੇ ਹੋ। ਤਦੇ ਹੀ ਅਸੀਂ ਐਸੇ ਅਪਦਾਰ ਕਾਲ ਵਿੱਚ ਔਰ ਵੈਰੀਆਂ ਦੇ ਸਮੁੰਦਰ ਵਿੱਚ ਘਿਰੇ ਹੋਏ ਵੀ ਸਹੀ ਸਲਾਮਤ ਗੱਜ ਰਹੇ ਹਾਂ। ਫਿਰ ਭੈਣਾਂ ਨੂੰ ਸੰਬੋਧਤ ਮਤ ਜੋ ਸੁੰਦਰੀ ਨਾਵਲ ਵਾਲੀ ਬੀਬੀ ਸੁੰਦਰੀ ਕਹਿੰਦੀ ਹੈ, ਬਸ ਤੁਸਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੂੰਹ ਮੋੜ ਕੇ ਜਦੋਂ ਹੋਰ ਪੂਜਾ ਤੇ ਨੇਮ ਧਾਰੇ, ਤਦੋਂ ਹੀ ਸ਼ੂਦਰਾ ਵਾਂਗ ਹੋ ਜਾਊਗੀਆਂ। ਤੁਹਾਡੀ ਸੰਤਾਨ ਵੀ ਗਿੱਦੜ ਹੋ ਜਾਏਗੀ, ਦੁਤਕਾਰ ਤੁਹਾਡੇ ਹਿੱਸੇ ਆਵੇਗੀ ਔਰ ਸਤਕਾਰ ਉੱਡ ਜਾਏਗਾ। ਮਾਇਆ ਦੇ ਚਮਤਕਾਰਾਂ ਵਿੱਚ ਨਾ ਫਸਣਾ, ਇਹ ਥੋੜੇ ਦਿਨਾਂ ਦੇ ਹਨ। ਸਦਾ ਰਹਿਣ ਵਾਲੇ ਆਪਣੇ ਆਤਮਾ ਦੀ ਭਲਾਈ ਵੱਲ ਵਧੇਰੇ ਖਿਆਲ ਰੱਖਣਾ। ਐਂਡ ਆਈ ਅਨਕੋਟ। ਸਿੱਖ ਇਸਤਰੀਆਂ ਵੱਲੋਂ ਪਾਏ ਬੇਮਿਸਾਲ ਯੋਗਦਾਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਕਿ ਜਿਸ ਸਮੇਂ ਇਹ ਇਸਤਰੀਆਂ ਸਮਾਜ ਉਸਾਰੂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਸਨ, ਤਾਂ ਉਸ ਸਮੇਂ ਸੰਸਾਰ ਭਰ ਦੀਆਂ ਇਸਤਰੀਆਂ ਵੋਟ ਪਾ ਸਕਣ ਵਾਲੇ ਆਪਣੇ ਮੁੱਢਲੇ ਹੱਕਾਂ ਤੋਂ ਵੀ ਵਾਂਝੀਆਂ ਸਨ ਅਤੇ ਜਿਸ ਹੱਕ ਦੀ ਪ੍ਰਾਪਤੀ ਕਰਨ ਦਾ ਖਿਆਲ ਵੀ ਉਹਨਾਂ ਨੂੰ ਢੇਰ ਪਿੱਛੋਂ ਆਇਆ। 4 ਜੁਲਾਈ 1776 ਨੂੰ ਆਜ਼ਾਦ ਹੋਏ ਅਮਰੀਕਾ ਵਿੱਚ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਰਦਾਂ ਤੋਂ ਲਗਭਗ 150 ਸਾਲ ਪਿੱਛੋਂ ਅਤੇ 7 ਦਹਾਕਿਆਂ ਦੀ ਕਰੜੀ ਜਦੋਜਹਿਦ ਤੋਂ ਬਾਅਦ ਸਨ 1920 ਵਿੱਚ ਹੀ ਪ੍ਰਾਪਤ ਹੋ ਸਕਿਆ, ਜਦੋਂ ਕਿ ਸਿੱਖ ਬੀਬੀਆਂ ਮਿਸਰਾਂ ਦੇ ਸਮੇਂ 18ਵੀਂ ਸਦੀ ਦੇ ਦੂਜੇ ਅੱਧ ਵਿੱਚ, ਜਿਵੇਂ ਕਿ ਅਸੀਂ ਅਗਲੇ ਆਪਣੇ ਵਿਚਾਰਾਂ ਵਿੱਚ ਆਪ ਪੜਾਂਗੇ, ਕਿ ਰਾਜ ਕਰਨ ਦਾ ਅਧਿਕਾਰ ਵੀ ਮਾਣ ਚੁੱਕੀਆਂ ਸਨ। ਇਹ ਸਭ ਕੁਝ ਸੰਭਵ ਹੋ ਸਕਿਆ ਕਿਉਂਕਿ ਸਿੱਖ ਲਹਿਰ ਦੇ ਆਰੰਭ ਵਿੱਚ ਹੀ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸਤਰੀ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਅਮਲੀ ਨਾਰਾ ਦੇ ਦਿੱਤਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਅਤੇ ਉਹਨਾਂ ਦੇ ਬਾਅਦ ਵਿੱਚ 9 ਜੋ ਗੁਰੂ ਹੋਏ ਹਨ, ਇਸ ਨਾਰੇ ਨੂੰ ਅਮਲੀ ਜਾਮਾ ਪਹਿਨਾਉਣ ਦਾ ਕਾਰਜ ਜਾਰੀ ਰੱਖਿਆ। ਸਾਨੂੰ ਪਤਾ ਹੈ ਕਿ ਗੁਰੂ ਸਾਹਿਬਾਨ ਨੇ ਦਾਜ, ਸਤੀ ਪ੍ਰਥਾ, ਪਰਦਾ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਅਤੇ ਉਹਨਾਂ ਸਾਰੀਆਂ ਪਰੰਪਰਾਵਾਂ ਦਾ ਜ਼ੋਰਦਾਰ ਖੰਡਨ ਕੀਤਾ ਜੋ ਇਸਤਰੀ ਨਾਲ ਵਿਤਕਰਾ ਕਰਦੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਯਤਨਾਂ ਸਦਕਾ ਇਹਨਾਂ ਪਿਛਾਂ ਖਿੱਚੂ ਰਸਮਾਂ ਤੋਂ ਛੁਟਕਾਰਾ ਪਾ ਇਸਤਰੀਆਂ ਵਿੱਚ ਨਵਾਂ ਸਵੈ ਆਤਮ ਵਿਸ਼ਵਾਸ ਜਾਗਿਆ ਅਤੇ ਪੂਰਨ ਵਿਸ਼ਵਾਸ ਨਾਲ ਉਹ ਨਰੋਏ ਸਮਾਜ ਦੀ ਸਿਰਜਣਾ ਵਿੱਚ ਜੁਟ ਗਈ। ਇਸ ਪੁਸਤਕ ਦੇ ਵਿੱਚ ਜੋ ਆਪ ਜੀ ਦੇ ਨਾਲ ਵਿਚਾਰਾਂ ਮੈਂ
ਕੀਤੀਆਂ ਹਨ। ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਵੱਖ-ਵੱਖ ਜਿਹੜੇ ਔਰਤਾਂ ਹਨ, ਉਹਨਾਂ ਨੇ ਵੱਖ-ਵੱਖ ਸਮਿਆਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਇਆ ਹੈ। ਤੋ ਆਓ ਅਸੀਂ ਹੁਣ ਅੱਜ ਦੇਖਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਜੋ ਇਸਤਰੀਆਂ ਦਾ ਯੋਗਦਾਨ ਹੈ, ਇਸ ਲੜੀ ਵਿੱਚ ਅਸੀਂ ਸਭ ਤੋਂ ਪਹਿਲਾਂ ਪਹੁੰਚਦੇ ਹਾਂ ਗੁਰੂ ਪਰਿਵਾਰ ਨਾਲ ਸੰਬੰਧਿਤ ਇਸਤਰੀਆਂ। ਜਿਹੜੇ ਵੀਰ ਨੋਟਸ ਲੈ ਰਹੇ ਹਨ ਉਹ ਪਲੀਜ਼ ਨੋਟ ਕਰ ਲੈਣ ਕਿ ਅਸੀਂ ਇਸ ਤਰ੍ਹਾਂ ਸਬਜੈਕਟ ਵਾਈਜ਼ ਹੀ ਅੱਗੋਂ ਟਾਈਟਲ ਵਾਈਜ਼ ਹੀ ਚੱਲਾਂਗੇ। ਗੁਰੂ ਪਰਿਵਾਰ ਨਾਲ ਸੰਬੰਧਿਤ ਇਸਤਰੀਆਂ ਦੀ ਗੱਲ ਕਰਦੇ ਹਾਂ। ਸਿੱਖ ਲਹਿਰ ਦੇ ਮੁੱਢਲੇ ਸਾਲਾਂ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੀਆਂ ਬਹੁਤੀਆਂ ਇਸਤਰੀਆਂ ਗੁਰੂ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੀਆਂ ਗੁਰੂ ਮਾਤਾਵਾਂ, ਗੁਰੂ ਪਤਨੀਆਂ, ਗੁਰੂ ਭੈਣਾਂ ਜਾਂ ਗੁਰੂ ਪੁੱਤਰੀਆਂ ਸਨ, ਜਿਨ੍ਹਾਂ ਵਿੱਚੋਂ ਕੁਝ ਕੁ ਦਾ ਵਰਣਨ ਅਸੀਂ ਹੇਠਾਂ ਸ਼ੁਰੂ ਕਰਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦਾ। ਲਾਹੌਰ ਨੇੜੇ ਪਿੰਡ ਚਹਿਲ ਨਿਵਾਸੀ ਰਾਮਾ ਜੀ ਅਤੇ ਮਾਤਾ ਭਿਰਾਈ ਜੀ ਦੀ ਸਪੁੱਤਰੀ ਅਤੇ ਪਿਤਾ ਸ਼ਿਵ ਰਾਮ ਅਤੇ ਮਾਤਾ ਬਨਾਰਸੀ ਜੀ ਦੇ ਸਪੁੱਤਰ ਕਲਿਆਣ ਦਾਸ ਮਹਿਤਾ ਜੀ ਦੀ ਸੁਪਤਨੀ ਮਾਤਾ ਤ੍ਰਿਪਤਾ ਜੀ ਇੱਕ ਗੁਣਵਾਨ, ਪਤੀਵ੍ਰਤਾ ਅਤੇ ਸੁਸ਼ੀਲ ਬੀਬੀ ਸੀ। ਗੁਰ ਪ੍ਰਤਾਪ ਸੂਰਜ ਅਨੁਸਾਰ ਤੇ ਪਤੀਵ੍ਰਤਾ ਗੁਣ ਨਿਧ ਸੋਊ, ਤੈਂ ਸੁਸ਼ੀਲਤਾ ਕਹਿ ਸਕੋ। ਦੱਸਿਆ ਜਾਂਦਾ ਹੈ ਕਿ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੰਪਤੀ ਨੇ ਬਹੁਤਾ ਲੰਮਾ ਸਮਾਂ ਪ੍ਰਭੂ ਭਗਤੀ ਵਿੱਚ ਗੁਜ਼ਾਰਿਆ। ਚਿਰੰਕਾਲ ਇਵ ਦੰਪਤ ਬੀਤਾ, ਹਰ ਪਦ ਪੰਕਜ ਜਿਨ ਮਨ ਪ੍ਰੀਤਾ। ਪ੍ਰਭੂ ਜੀ ਪ੍ਰਸੰਨ ਹੋਏ ਅਤੇ ਸਾਧਵੀ ਗਰਭ ਧਰਮ ਪੁਨ ਕੀਨਾ, ਜਨਮੀ ਤਨਿਆ ਸੁਮਤ ਪ੍ਰਵੀਨਾ। ਇਸ ਸ੍ਰੇਸ਼ਟ ਬੁੱਧੀ ਵਾਲੀ ਪੁੱਤਰੀ, ਜਿਸ ਦਾ ਨਾਂ ਅਸੀਂ ਮਾਤਾ ਨਾਨਕੀ ਦੇ ਨਾਲ ਜਾਣਦੇ ਹਾਂ, ਉਸ ਦਾ ਨਾਂ ਜਿਹੜਾ ਹੈ ਉਹਨਾਂ ਦੇ ਘਰ ਜਨਮ ਲਿਆ। और फिर 5 सालों बाद द्वितीय गर्भ को धारण कीना, पतिव्रत धर्म जास मन लीना। कि दोबारा जो माता तृप्ता जी ਜਿਹੜੇ ਹਨ ਆਸਵੰਦ ਹੋਈ ਤਾਂ ਉਹਨਾਂ ਦੇ ਅੰਦਰ ਇਹ ਜੋ ਦੂਸਰਾ ਜਨਮ ਹੋਇਆ ਬੱਚੇ ਦਾ ਇੱਕ ਵਿਸ਼ਵਾਸ ਪਾਇਆ ਜਾਂਦਾ ਹੈ ਕਿ ਹਰ ਪਵਿੱਤਰ ਆਤਮਾ ਸਰੀਰ ਧਾਰਨ ਕਰਨ ਲਈ ਆਪਣੇ ਲਈ ਯੋਗ ਸਥਾਨ ਲੱਭ ਲੈਂਦੀ ਹੈ। ਗੁਰੂ ਨਾਨਕ ਸਾਹਿਬ ਵਰਗੀ ਪਵਿੱਤਰ ਆਤਮਾ ਨੇ ਸਰੀਰ ਧਾਰਨ ਕਰਨ ਲਈ ਮਾਤਾ ਤ੍ਰਿਪਤਾ ਜੀ ਦੇ ਪਵਿੱਤਰ ਗਰਭ ਵਿੱਚ ਹੀ ਆਸਣ ਜਮਾ ਲਿਆ। ਪਸਰੀ ਹੋਈ ਧੁੰਦ ਨੂੰ ਮਿਟਾ ਕੇ ਜਗਤ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਹਸਤੀ ਦਾ ਬਚਪਨ ਵਿੱਚ ਪਾਲਣ ਪੋਸ਼ਣ ਕਰਨ ਦਾ ਸੁਭਾਗ ਮਾਤਾ ਤ੍ਰਿਪਤਾ ਵਰਗੀ ਪਵਿੱਤਰ ਹਸਤੀ ਨੂੰ ਪ੍ਰਾਪਤ ਹੋਇਆ। ਸੰਸਾਰ ਦੇ ਧਰਮਾਂ ਦਾ ਅਧਿਐਨ ਕਰਨ ਤੇ ਪਤਾ ਲੱਗਦਾ ਹੈ ਕਿ ਕੁੱਲ ਧਰਮਾਂ ਦੇ ਬਾਨੀਆਂ ਦੀਆਂ ਮਾਤਾਵਾਂ ਵਿੱਚ ਸ਼ਾਇਦ ਕੇਵਲ ਮਾਤਾ ਤ੍ਰਿਪਤਾ ਨੂੰ ਹੀ ਇਹ ਸੁਭਾਗ ਪ੍ਰਾਪਤ ਹੋਇਆ ਕਿ ਉਹ ਵਿਲੱਖਣ ਸ਼ਖਸੀਅਤ ਦੇ ਮਾਲਕ ਸੁਪੁੱਤਰ ਨੂੰ ਸੁਭਾਵਕ ਪਰਿਵਾਰਕ ਜੀਵਨ ਦਾ ਮਾਹੌਲ ਦੇ ਕੇ ਉਸ ਦੀ ਕਾਢਤ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਇਆ। ਤਾਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਬਾਲ ਨਾਨਕ ਜੀ ਦੇ ਨਿੱਕੇ ਨਿੱਕੇ ਚੋਜ ਮਾਤਾ ਜੀ ਨੂੰ ਬਹੁਤ ਲੁਭਾਉਂਦੇ। ਆਪ ਨਾਨਕ ਜੀ ਦੇ ਘਰ ਆਏ ਮਿੱਤਰਾਂ ਦੀ ਸੇਵਾ ਵੀ ਉਵੇਂ ਹੀ ਕਰਦੇ ਜਿਵੇਂ ਨਾਨਕ ਜੀ ਦੀ, ਪਰ ਪੁੱਤਰ ਤਾਂ ਆਮ ਬੱਚਿਆਂ ਨਾਲੋਂ ਬਿਲਕੁਲ ਅੱਡ ਬਿਰਤੀ ਦਾ ਮਾਲਕ ਸੀ। ਪ੍ਰਾਪਤ ਇਤਿਹਾਸਕ ਸਾਹਿਤ ਅਨੁਸਾਰ ਮਾਤਾ ਜੀ ਕਈ ਵਾਰੀ ਚਿੰਤਤ ਹੁੰਦੇ ਕਿ ਇਤਨੇ ਧਰਮੀ ਸੁਭਾਅ ਦਾ ਬੱਚਾ ਵੱਡਾ ਹੋ ਕੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਦੁਨੀਆਦਾਰੀ ਨੂੰ ਕਿਵੇਂ ਨਿਭਾਏਗਾ। ਬਹੁਤ ਜਪ ਤਪ ਕਰਨ ਦੇ ਬਾਵਜੂਦ ਵੀ ਪਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਪੁੱਤਰ ਦੇ ਇਲਾਹੀ ਨੂਰ ਨੂੰ ਸਮਝਣ ਵਿੱਚ ਬਹੁਤ ਲੰਮਾ ਸਮਾਂ ਲੱਗਿਆ। ਪੁੱਤਰ ਕੋਲੋਂ ਖੂਬ ਧਨ ਦੌਲਤ ਕਮਾ ਕੇ ਸੁਖ ਆਰਾਮ ਦੀ ਜ਼ਿੰਦਗੀ ਦੀ ਉਮੀਦ ਰੱਖਣ ਵਾਲੇ ਪਿਤਾ ਕਲਿਆਣ ਦਾਸ ਜੀ ਉਮੀਦਾਂ ਪੂਰੀਆਂ ਨਾ ਹੋਣ ਕਾਰਨ ਪੁੱਤਰ ਤੇ ਗੁੱਸਾ ਕਰਦੇ ਪਰ ਮਮਤਾ ਭਰੀ ਮਾਤਾ ਤ੍ਰਿਪਤਾ ਜੀ ਉਸ ਨੂੰ ਬੁੱਕਲ ਵਿੱਚ ਲੈ ਪਿਤਾ ਦੇ ਗੁੱਸੇ ਤੋਂ ਬਚਾਉਣ ਦਾ ਯਤਨ ਕਰਦੀ। ਮਮਤਾ ਬਸ ਮਾਂ ਪੁੱਤਰ ਦੇ ਹਾੜੇ ਕੱਢਦੀ ਕਿ ਬੇਸ਼ੱਕ ਉਹ ਕੋਈ ਕੰਮ ਨਾ ਕਰੇ, ਪ੍ਰਭੂ ਦੇ ਰੰਗ ਵਿੱਚ ਰਤਿਆ ਹੀ ਬੈਠਾ ਰਹੇ, ਪਰ ਰਹੇ ਉਸ ਦੀਆਂ ਨਜ਼ਰਾਂ ਦੇ ਕੋਲ। ਸੁਤ ਨਾ ਕਰੋ ਕਾਰਜ ਅਬ ਕਹੂ, ਵਿਚਰੋ ਪੁਰ ਮੈਂ ਸਵੇਛਾ ਹੋਊ। ਜੋ ਨਾ ਕਰੋਗੇ ਕੋ ਵਿਵਹਾਰਾ, ਨਹਿ ਬਿਗਰੇ ਕਛ ਹੋਏ ਨਾ ਹਰਾਰਾ। ਸਦਨ ਦੀਨ ਸੁਖ
ਸਰਬ ਵਿਧਾਤਾ ਬੈਠੇ ਸਦਾ ਰਹੋ ਰੰਗਰਾਤਾ। ਗਿਆਨੀ ਗਿਆਨ ਸਿੰਘ ਜੀ ਅਨੁਸਾਰ ਮਾਤਾ ਤ੍ਰਿਪਤਾ ਜੀ ਤਾਂ ਉਹਨਾਂ ਦੀ ਧਰਮ ਚਰਚਾ ਤੇ ਅਨੇਕ ਕੌਤਕ ਦੇਖ ਕੇ ਨਿਸ਼ਚੈ ਕਰ ਬੈਠੀ ਸੀ ਕਿ ਇਹ ਕੋਈ ਜੋ ਮਹਾਪੁਰਖ ਹੈ। ਘਰ ਵਿੱਚ ਇੱਕ ਮਹਾਪੁਰਖ ਦਾ ਜਨਮ ਲੈਣਾ ਸਮੂਹ ਪਰਿਵਾਰ ਦੇ ਜੀਆਂ ਲਈ ਇੱਕ ਵਡਭਾਗੀ ਗੱਲ ਹੁੰਦੀ ਹੈ। ਪਰ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਦੋਂ ਇੱਕ ਉਚੇਰੀ ਸੁਰਤ ਵਾਲੇ ਪਰਿਵਾਰਕ ਮੈਂਬਰ ਦੇ ਕੌਤਕ ਆਮ ਮਨੁੱਖ ਨੂੰ ਸਮਝ ਨਹੀਂ ਆਉਂਦੇ ਤਾਂ ਉਹਨਾਂ ਨੂੰ ਭਾਰੀ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਤਾ ਤ੍ਰਿਪਤਾ ਜੀ ਨੂੰ ਵੀ ਇਸ ਕਰੜੇ ਇਮਤਿਹਾਨ ਵਿੱਚੋਂ ਲੰਘਣਾ ਪਿਆ। ਗੁਰੂ ਨਾਨਕ ਚਮਤਕਾਰ ਵਿੱਚ ਭਾਈ ਵੀਰ ਸਿੰਘ ਜੀ ਮਾਤਾ ਜੀ ਦੇ ਮਨ ਦੀ ਹਾਲਤ ਉਹਨਾਂ ਦੀ ਬੇਬੇ ਨਾਨਕੀ ਨਾਲ ਹੋਈ ਗੱਲਬਾਤ ਵਿੱਚ ਇਸ ਤਰ੍ਹਾਂ ਬਿਆਨਦੇ ਹਨ, ਆਏ ਕੋਟ, ਇੱਕੋ ਇੱਕ ਪੁੱਤਰ, ਉਹ ਵੀ ਕਦੇ ਬੌਲਾ ਕਦੇ ਕਮਲਾ, ਕਦੇ ਘਰ ਲਟਾਉਂਦਾ ਕਦੇ ਪਿਆ ਰਹਿੰਦਾ, ਕਦੇ ਉਸਰਗੀਆਂ ਕਦੇ ਦਿਲਗੀਰੀਆਂ। ਹੇ ਭਗਵੰਤ, ਸਾਡੇ ਭਾਗ ਕਿਵੇਂ ਕਰੀਏ? ਸਾਡੀ ਤਨਮੋਸ਼ੀ ਨਾਲ ਜਾਨ ਅਕਲ ਕਾਂਦ ਆ ਗਈ ਹੈ ਤੇ ਫਿਕਰਾਂ ਨਾਲ ਦਿਲ ਬਹਿ ਗਿਆ। ਹੋਸ਼ ਕਰੇ, ਉੱਠੇ ਟੁਰੇ ਫਿਰੇ, ਕੰਮ ਕਾਜ ਕਰੇ, ਘਰ-ਬਾਰ ਸਾਂਭੇ, ਸੋਹਣਾ ਖਟਾਊ ਪੁੱਤਰ ਬਣੇ, ਦਊ ਦਊ ਕਰਦਾ ਆਵੇ, ਹੱਸੇ ਵਸੇ ਰਸੇ ਖਿੜੇ ਖਿਡਾਵੇ। ਧੀ ਨਾਲ ਦੁੱਖ ਸੁੱਖ ਸਾਂਝਾ ਕਰਦੀ ਮਾਂ ਦਾ ਫਿਕਰ ਹੋਰ ਵੀ ਵੱਧ ਜਾਂਦਾ ਜਦੋਂ ਧੀ ਵੀ ਆਪਣੇ ਨਾਨਕ ਵੀਰ ਦਾ ਪੱਖ ਪੂਰਦੀ ਤੇ ਆਖਦੀ ਮਾਂ ਨੂੰ, ਤੂੰ ਵੀ ਖਬਰੇ ਵੀਰ ਦੇ ਮਗਰੇ ਬੌਲੀ ਹੋ ਚੱਲੀ ਏ ਕੁੜੀਏ। ਹੋਸ਼ ਕਰ, ਉਹ ਤਾਂ ਆਦਮੀ ਹੈ, ਜਿਵੇਂ ਕਿਵੇਂ ਦਿਨ ਕੱਢ ਸਕਦਾ ਹੈ। ਤੂੰ ਧੀ ਦਾ ਧਨ ਹੈ, ਤੂੰ ਤਾਂ ਸੱਸ ਨਿਨਾਣਾ ਨਾਲ ਕੱਟਣੀ ਹੈ। ਤੂੰ ਵੀ ਜੇ ਇਹੋ ਬੋਲੀਆਂ ਪਾਉਣ ਸਿੱਖ ਗਈ ਹੈ ਤਾਂ ਕੀ ਬਣੇਗਾ ਤੇਰਾ? ਆ ਮੁਹਾਰੇ ਅਮਰੀ ਲੋਕ ਪਏ ਤੁਹਾਨੂੰ ਭੈਣਾਂ ਭਰਾਵਾਂ ਨੂੰ ਦੇਂਦੇ ਹਨ ਤੇ ਅਸੀਂ ਪਾਸ ਬੈਠੇ ਰੋਂਦੇ ਕੁਰਲਾਉਂਦੇ ਨਹੀਂ ਨਜ਼ਰ ਆਉਂਦੇ। ਹਾਂ, ਮਾਂ ਪਿਓ ਪਏ ਕੁਰਜਨ ਨਮੋਸ਼ੀ ਪਈ ਹੋਵੇ ਤੇ ਤੁਸੀਂ ਪਏ ਦਿਨ ਦੀਵੇ ਸੁਪਨਿਆਂ ਵਿੱਚ ਉਡਾਰੀ ਮਾਰੋ। ਫਿਰ ਆਪਣੇ ਪਤੀ ਕਾਲੂ ਜੀ ਨਾਲ ਆਪਣਾ ਦੁੱਖ ਸਾਂਝਾ ਕਰਦੇ ਅਤੇ ਮਿਹਨਤ ਕਰਦੇ ਕਿ ਉਹ ਕੋਈ ਉਪਰਾਲਾ ਸੋਚਣ। ਪਰ ਕਾਲੂ ਜੀ ਵੀ ਆਪਣੇ ਆਪ ਨੂੰ ਇਸ ਸਮੱਸਿਆ ਦੇ ਹੱਲ ਤੋਂ ਅਸਮਰਥ ਦੱਸਦੇ ਹਨ ਔਰ ਕਹਿੰਦੇ ਹਨ, ਮੈਂ ਕੀ ਕਰਾਂ। ਮਾਂਦਰੀ ਸੱਦੇ, ਝਾੜੇ ਕਰਾਏ, ਵੈਦ ਬੁਲਾਏ, दारू ਦਿੱਤੇ, ਪਾਂਦੇ ਮੁੱਲਾ ਅਨਵਾਏ, ਕਿਸੇ ਨਾ ਦੀ ਕੋਈ ਨਾ ਚੱਲੀ। ਭਗਵਾਨ ਨੇ ਵੱਡੀ ਉਮਰੇ ਪੁੱਤਰ ਦਿੱਤਾ ਤਾਂ ਸਹੀ, ਪਰ ਹਾਏ ਅਜਿਹਾ ਔਲਾਦ ਦਿੱਤਾ ਕਿ ਜਿਸ ਤੋਂ ਕੋਈ ਸਿੱਖ ਮੁਰਾਦ ਬਰ ਨਾ ਆਈ। ਕੀ ਕਰਾਂ ਤੇ ਕੀ ਨਾ ਕਰਾਂ, ਕੁਝ ਸੁਝਦਾ ਨਹੀਂ। ਮਾਤਾ ਜੀ ਫਿਰ ਪਤੀ ਜੀ ਨੂੰ ਬੇਨਤੀ ਕਰਦੇ ਹਨ ਕਿ ਰਾਏ ਬੁਲਾਰ ਨੂੰ ਬੇਨਤੀ ਕੀਤੀ ਜਾਏ ਕਿ ਉਹ ਹੀ ਨਾਨਕ ਜੀ ਨੂੰ ਕੁਝ ਸਮਝਾਏ। ਪਰ ਜਵਾਬ ਮਿਲਦਾ ਹੈ, ਰਾਏ ਬੁਲਾਰ ਨੂੰ ਕੀ ਆਖਾਂ, ਜਦ ਕਦੇ ਕੁਝ ਆਖਿਆ ਹੈ ਉਸ ਮੈਨੂੰ ਹੀ ਅਕਲ ਦਿੱਤੀ ਹੈ। ਨਾਨਕ ਨੂੰ ਕੋਈ ਸਿੱਖ ਨਹੀਂ ਦਿੱਤੀ। ਪਤਾ ਨਹੀਂ ਜਾਂ ਕਮਲਾ ਹੈ ਕਿ ਕਾਲੂ ਕਮਲਾ ਹੈ। ਇਹ ਸੀ ਹਾਲਤ ਮਾਤਾ ਪਿਤਾ ਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਘਰ ਵੀ ਸਨ। ਮਾਤਾ ਜੀ ਹਰ ਵੇਲੇ ਫਿਕਰਾਂ ਵਿੱਚ ਸਨ ਕਿ ਇਹ ਅਰਸ਼ੀ ਪੁੱਤਰ ਇਹ ਫਰਸ਼ੀ ਦੁਨੀਆ ਵਿੱਚ ਕਿਵੇਂ ਗੁਜ਼ਾਰਾ ਕਰ ਸਕੇਗਾ। ਤੇ ਫਿਰ ਜਦੋਂ ਪੁੱਤਰ ਨੇ ਉਦਾਸੀਆਂ ਤੇ ਜਾਨ ਦਾ ਪ੍ਰੋਗਰਾਮ ਬਣਾਇਆ ਤਾਂ ਮਾਤਾ ਜੀ ਦੇ ਮਨ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਉਸ ਜ਼ਮਾਨੇ ਵਿੱਚ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ ਅਤੇ ਵਸੋਂ ਵੀ ਕਿਤੇ ਕਿਤੇ ਹੀ ਸੀ, ਬਹੁਤੇ ਜੰਗਲ ਪਹਾੜੀ ਸਨ, ਤਾਂ ਸਾਲਾਂ ਬੱਧੀ ਇਕਲੌਤੇ ਪੁੱਤਰ ਦਾ ਅਤਾ ਪਤਾ ਲੱਗੇ ਬਿਨਾ ਘਰੋਂ ਬਾਹਰ ਰਹਿਣ ਦੇ ਗਮ ਨੂੰ ਸਹਿਣਾ ਕਿਸੇ ਆਮ ਮਨੁੱਖ ਦੇ ਵੱਸ ਦੀ ਹੀ ਗੱਲ ਨਹੀਂ। ਮਾਤਾ ਜੀ ਦੇ ਮਨ ਦੀ ਇਸ ਹਾਲਤ ਨੂੰ ਭਾਈ ਵੀਰ ਸਿੰਘ ਜੀ ਨੇ ਬਖੂਬੀ ਬਿਆਨ ਕੀਤਾ ਹੈ। ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਮਾਊ ਜਿਉ ਛਾਲਾ ਫਿਸੇ, ਮਰ ਜਾਵੇ ਉਹ ਮਾਊ ਪੁੱਤ ਨਾ ਵਰਿਆ ਵੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈਂ ਵਿਜੋਗ ਨੂਰ ਦਾ ਰਹੇ ਸਦਾ ਹੀ। ਇਹ ਸਮਝਦਿਆਂ ਵੀ ਕਿ ਪੁੱਤਰ ਕਿਸੇ ਇਲਾਹੀ ਰੰਗ ਵਿੱਚ ਹੈ, ਮਮਤਾ ਵਸ ਮਾਤਾ ਨੇ ਆਪਣੀ ਸਾਰੀ ਜਵਾਨੀ ਪੁੱਤਰ ਦੇ ਵਿਯੋਗ ਵਿੱਚ ਉਡੀਕਾਂ ਕਰਦਿਆਂ ਹੀ ਲੰਘਾ ਦਿੱਤੀ। ਆਖਰ ਪੁੱਤਰ ਦੇਸਾਂ ਦਾ ਰਿਟਰਨ ਕਰ ਸੰਸਾਰ ਨੂੰ ਤਾਰ ਮੁੜ ਪਰਿਵਾਰ ਨੂੰ ਆ ਮਿਲਿਆ। ਘਰ ਵਿੱਚ ਹੀ satsang ਹੋ ਗਿਆ।
ਸਮੂਹ ਪਰਿਵਾਰ ਨੇ ਕਰਤਾਰਪੁਰ ਵਿਖੇ ਇਹ ਸਮਾਂ ਖੂਬ ਆਨੰਦ ਵਿੱਚ ਗੁਜ਼ਾਰਿਆ। ਅਰਸ਼ੀ ਪੁੱਤਰ ਦੀ ਸੰਗਤ ਦੀ ਬਦੌਲਤ ਆਖੀਰਲੀ ਉਮਰੇ ਮਾਤਾ ਪਿਤਾ ਨੂੰ ਰੱਬੀ ਚਾਨਣ ਦੀ ਬਖਸ਼ਿਸ਼ ਹੋਈ ਅਤੇ ਉਹਨਾਂ ਪੁੱਤਰ ਦੇ ਨੂਰ ਨੂੰ ਪਹਿਚਾਨ ਇਲਾਹੀ ਆਨੰਦ ਮਾਣਿਆ। ਕਰਤਾਰਪੁਰ ਵਿਖੇ ਪਰਿਵਾਰ ਵਿੱਚ ਪੁੱਤਰ ਪੋਤਰਿਆਂ ਨਾਲ ਸਤਸੰਗ ਦਾ ਰੱਬੀ ਆਨੰਦ ਮਾਣਦਿਆਂ ਕਲਿਆਣ ਦਾਸ ਜੀ ਅਕਾਲ ਚਲਾਣੇ ਤੋਂ 3 ਦਿਨ ਬਾਅਦ ਸਹਿਜ ਅਵਸਥਾ ਵਿੱਚ ਹੀ ਮਾਤਾ ਜੀ ਵੀ ਇਸ ਸੰਸਾਰ ਨੂੰ ਤਿਆਗ ਗਏ। ਜਿਉਂ ਗਜ ਫੂਲ ਮਾਲ ਕੋ ਡਾਰਾ ਹੈ, त्यों तन ताज बैकुंठ पधारे, क्यों तक दिवस तह को पश्चाती, तृप्ता तजी दे शुभ भांति। ਕੁੱਲ ਲੁਕਾਈ ਲਈ ਇੱਕ ਅਰਸ਼ੀ ਸ਼ਖਸੀਅਤ ਨੂੰ ਇਸ ਸੰਸਾਰ ਵਿੱਚ ਲਿਆਉਣ ਦਾ ਸਾਧਨ ਬਣ ਮਾਤਾ ਤ੍ਰਿਪਤਾ ਜੀ ਆਪ ਸਾਰੀ ਉਮਰ ਪੁੱਤਰ ਦੇ ਵਿਛੋੜੇ ਦਾ ਸੱਲ ਸਹਿ ਕੇ ਲੁਕਾਈ ਨੂੰ ਉਤਾਰਨ ਦਾ ਵਸੀਲਾ ਬਣੇ। ਇਸ ਲਈ ਸੰਸਾਰ ਹਮੇਸ਼ਾ ਹੀ ਮਾਤਾ ਤ੍ਰਿਪਤਾ ਜੀ ਦਾ ਰਿਣੀ ਰਹੇਗਾ। ਇਹ ਸੰਸਾਰ ਹਮੇਸ਼ਾ ਹੀ ਮਾਤਾ ਤ੍ਰਿਪਤਾ ਜੀ ਦਾ ਰਿਣੀ ਰਹੇਗਾ। ਆਓ ਹੁਣ ਮਾਤਾ ਤ੍ਰਿਪਤਾ ਜੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡੀ ਭੈਣ ਜੋ 5 ਸਾਲ ਵੱਡੀ ਸੀ, ਬੇਬੇ ਨਾਨਕੀ ਜੀ ਦਾ, ਉਹਨਾਂ ਦੇ ਬਾਰੇ ਵੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਦੇ ਹਾਂ। ਔਰ ਵੀਰ ਕਹਾਂ ਕਿ ਕਹਾਂ ਗੁਰੂ ਮੈਂ, ਕਿ ਮੈਂ ਤੈਨੂੰ ਵੀਰ ਕਹਾਂ, हे ਨਾਨਕ ਤੈਨੂੰ ਮੈਂ ਵੀਰ ਕਹਾਂ ਕਿ ਤੈਨੂੰ ਮੈਂ ਗੁਰੂ ਕਹਾਂ। ਵੀਰ ਕਹਾਂ ਕਿ ਕਹਾਂ ਗੁਰੂ ਮੈਂ, ਕੌਣ ਅਸਾਂ ਘਰ ਆਇਆ, ਸਾਡੇ ਘਰ ਕੌਣ ਆਇਆ। ਅਰਸ਼ ਪੁਰਸ਼ ਦਾ ਨੂਰ ਵੇ ਲੋਕੋ, ਸੂਰਜ ਜਿਨੇ ਦਬਾਇਆ। ਕਿ ਅਰਸ਼ ਪੁਰਸ਼ ਤੋਂ ਜਿਹੜਾ ਨੂਰ ਸਾਡੇ ਘਰ ਵਿਹੜੇ ਵਿੱਚ ਉਤਰ ਆਇਆ ਹੈ, ਜਿਨੇ ਸਾਡੇ ਵਿਹੜੇ ਵਿੱਚ ਸੂਰਜ ਵਰਗੀ ਜਿਹੜੀ ਹੈ ਰੋਸ਼ਨਾਈ ਕਰ ਦਿੱਤੀ ਹੈ। ਨਾਨਕ ਜੋਤ ਨੂੰ ਪਹਿਚਾਨਣ ਵਾਲੀ ਸਭ ਤੋਂ ਪਹਿਲੀ ਇਸਤਰੀ ਬਾਬਾ ਨਾਨਕ ਦੀ ਸਕੀ ਭੈਣ ਬੇਬੇ ਨਾਨਕੀ ਸੀ, ਜਿਸ ਨੂੰ ਗੁਰੂ ਨਾਨਕ ਵਿੱਚ ਅਰਸ਼ ਪੁਰਸ਼ ਦੇ ਨੂਰ ਨੂੰ ਪਹਿਚਾਨਣ ਦਾ ਸਭ ਤੋਂ ਪਹਿਲਾ ਮਾਣ ਪ੍ਰਾਪਤ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਜੀ ਦੀ ਭੈਣ ਮਾਤਾ ਤ੍ਰਿਪਤਾ ਦੀ ਭਗਤ ਪਰਾਇਣ ਨਿਸ਼ਚਲ ਧਰਮੀ ਪੁੱਤਰੀ ਅਤੇ ਪਿਤਾ ਕਲਿਆਣ ਦਾਸ ਜੀ ਦੀ ਗੁਣ ਖਾਨ ਮਾਨੋ ਸਰੂਪੰ ਵਿਸਾਲੂ ਸੁਪੁੱਤਰੀ, ਦਾਦੀ ਬਨਾਰਸੀ ਤੇ ਦਾਦਾ ਸ਼ਿਵ ਰਾਮ ਜਿਨ ਕੀ ਬਹੂ ਕੀਰਤ ਜਗਮੰਡੀ ਦੀ ਪੋਤਰੀ ਨੇ ਆਪਣੇ ਨਾਨਕੇ ਪਿੰਡ ਚਹਿਲਾ ਜ਼ਿਲ੍ਹਾ ਲਾਹੌਰ ਵਿੱਚ ਸਨ 1464 ਵਿੱਚ ਜਨਮ ਧਾਰਿਆ। ਇੱਕ ਸ੍ਰੇਸ਼ਟ ਇਸਤਰੀ ਮਾਤਾ ਤ੍ਰਿਪਤਾ ਜੀ ਨੇ ਇੱਕ ਪ੍ਰਵੀਨ, ਸੁਸ਼ੀਲ ਅਤੇ ਸ੍ਰੇਸ਼ਟ ਬੁੱਧੀ ਵਾਲੀ ਕੰਨਿਆ ਜਨਮੀ ਨਾਨਕੀ। ਮਹਾਕਵੀ ਸੰਤੋਖ ਸਿੰਘ ਜੀ ਨੇ ਇਸ ਬਾਰੇ ਇਉਂ ਬਿਆਨ ਕੀਤਾ ਹੈ ਸੂਰਜ ਪ੍ਰਕਾਸ਼ ਵਿੱਚ, ਹਿਮਗਿਰ ਮੈਨਾ ਕੇ ਘਰ ਮਾਹੀ, ਪਾਰਵਤੀ ਜਨਮੀ ਜਿਵ ਆਹੀ, ਭਾਈ ਸੁਸ਼ੀਲਾ ਸਭ ਗੁਣ ਖਾਨੀ, ਮਾਨੋ ਭਗਤ ਧਰ ਦੇ ਸੁਹਾਨੀ। ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਸਮਾਜ ਵਿੱਚ ਪੈਦਾ ਹੋਈ ਬੇਬੇ ਨਾਨਕੀ ਨੂੰ ਨਾਨਕਿਆਂ ਦੇ ਭਰਪੂਰ ਲਾਡ ਮਾਣ ਦਾ ਸੁਭਾਗ ਪ੍ਰਾਪਤ ਹੋਇਆ। ਨਾਨਕੇ ਘਰ ਵਿੱਚ ਪ੍ਰਵਾਨ ਚੜੀ ਇਹ ਬੱਚੀ ਨਾਨਕਿਆਂ ਦੀ ਕਰਕੇ ਜਾਣੀ ਗਈ ਅਤੇ ਨਾਨਕੀ ਕਹਾਉਣ ਲੱਗੀ। ਕਿਉਂਕਿ ਆਪ ਜੀ ਦਾ ਜਨਮ ਨਾਨਕੇ ਹੋਇਆ, ਇਸ ਕਰਕੇ ਆਪ ਜੀ ਨੂੰ ਨਾਨਕਿਆਂ ਦੀ ਕਰਕੇ ਜਾਣਨ ਲੱਗੇ ਤੇ ਉਹਨਾਂ ਦੇ ਭੈਣ ਦੇ ਨਾਂ ਦੇ ਪਿੱਛੇ ਹੀ ਭਰਾ ਦਾ ਵੀ ਨਾਂ ਨਾਨਕ ਪੈ ਗਿਆ। ਮਾਨੋ ਭਗਤ ਧਰ ਦੇ ਸੁਹਾਨੀ ਅਨੁਸਾਰ ਬੇਬੇ ਨਾਨਕੀ ਦਾ ਸਾਰਾ ਜੀਵਨ ਹੀ ਭਗਤੀ ਰੂਪ ਹੋ ਨਿਬੜਿਆ। ਆਪ ਦੇ ਜੀਵਨ ਦਾ ਹਰ ਪਲ ਨਾਨਕ ਭਗਤੀ ਨਾਲ ਸਿੰਜਿਆ ਹੋਇਆ ਸੀ। ਨਾਨਕ ਜੀ ਦੇ ਬਚਪਨ ਵਿੱਚ ਭੈਣ ਨਾਨਕੀ ਨੇ ਛੋਟੇ ਵੀਰ ਨਾਲ ਖੂਬ ਲਾਡ ਲੜਾਏ। ਜਦੋਂ ਵੀਰ ਨਾਨਕ ਦੁਨਿਆਵੀ ਪਿਤਾ ਦੀਆਂ ਆਸਾਂ ਤੇ ਪੂਰੇ ਨਹੀਂ ਉਤਰਦੇ ਅਤੇ ਕ੍ਰੋਧਵਸ ਬਾਲ ਨਾਨਕ ਨੂੰ ਚਪੇੜ ਮਾਰਨ ਲਈ ਪਿਤਾ ਪੁੱਤਰ ਤੇ ਹੱਥ ਚੁੱਕਦੇ ਨਜ਼ਰ ਆਉਂਦੇ ਹਨ, ਤਾਂ ਬਾਲ ਉਮਰ ਭੈਣ ਨਾਨਕੀ ਕਹਿੰਦੀ ਹੈ, ਪਹੁੰਚੀ ਨਿਕਟ ਨਾਨਕੀ ਤੁਰਨ ਪਿਤਾ ਕਰ ਗਇਓ ਜੋ ਰਿਸ ਮੈਂ ਪੂਰਨ। ਪਿਤਾ ਦਾ ਹੱਥ ਜ਼ੋਰ ਨਾਲ ਪਕੜ ਵੀਰ ਨੂੰ ਮਾਰ ਤੋਂ ਬਚਾਉਂਦੀ ਅਤੇ ਬਾਲ ਉਮਰੇ ਹੀ ਮਾਤਾ ਪਿਤਾ ਨੂੰ ਸਮਝਾਉਂਦੀ ਹੈ ਕਿ ਉਹ ਵੀਰ ਨਾਨਕ ਨੂੰ ਆਮ ਬੰਦਾ ਨਾ ਜਾਣਨ, ਆ ਤਾਂ ਕੋਈ ਅਗੰਮੀ ਆਤਮਾ ਹੈ। ਨਾਨਕ ਵੀਰ ਜੀ ਅਵਤਾਰੀ ਜੋਤ ਦੇ ਧਾਰ ਇਸ ਸੰਸਾਰ ਵਿੱਚ ਜੀਵਾਂ ਦੇ ਉਧਾਰ ਆਈ ਹੈ। ਭੈਣ ਨਾਨਕੀ ਜਦੋਂ ਇਸ ਅਵਤਾਰੀ ਜੋਤ ਦੇ ਪੈਰੀ ਪੈਂਦੀ ਹੈ ਤਾਂ ਨਾਨਕ ਜੀ ਕਹਿੰਦੇ ਹਨ, ਵੱਡੀ ਭੈਣ ਦੇ ਪੈਰੀ ਪੈਣਾ ਉਹਨਾਂ ਦਾ ਹੱਕ ਹੈ, ਨਾ ਕਿ ਭੈਣ ਨਾਨਕੀ ਦਾ। ਵੱਡੀ ਸੋਦਰੀ ਮੋਹਿ ਤੈ ਬੈਸ ਤੇਰੀ, ਕਰੋ ਬੰਦਨਾ ਯੋਗਤਾ ਹੈ ਸੋ ਮੇਰੀ। ਬੇਬੇ ਨਾਨਕੀ ਦਾ ਇਸ ਪ੍ਰਤੀ ਜਵਾਬ ਇਹ ਹੁੰਦਾ,
कहे नानक साच जैसे बखानी, जुई होए भ्राता कहो सो प्रमानी। नहीं पांत काके जगंग ईश पेखों, रिद अपने में ना भ्राता पे लेखों। मैं नानक नूं भराव करके नहीं जानदी, मैं नानक भाई नूं परमेश्वर करके जानदी हां। कालू कल्याण दास पिता जिस के भरत तप कठन विसालू, ਵੀ ਗੁਰੂ ਨਾਨਕ ਦੀ ਆਭਾ ਨੂੰ ਨਹੀਂ ਪਹਿਚਾਨ ਸਕਿਆ। ਪਰ ਪ੍ਰੇਮਾ ਭਗਤੀ ਵਿੱਚ ਰਤੀ ਭੈਣ ਨਾਨਕੀ ਨੇ ਸੁਤੇ ਹੀ ਨਾਨਕ ਵੀਰ ਦੀ ਅਗੰਮੀ ਅਵਸਥਾ ਨੂੰ ਜਿਹੜਾ ਹੈ ਉਹ ਸਮਝ ਲਿਆ। ਨਾਨਕ ਵੀਰ ਨਾਲ ਲਾਡ ਡੰਦੀ ਨਾਨਕੀ ਜਦੋਂ ਵਿਆਹ ਯੋਗ ਉਮਰ ਨੂੰ ਧਾਰਨ ਹੋਈ ਤਾਂ ਵੱਡਿਆਂ ਦਾ ਧਿਆਨ ਇਸ ਗੁਣਾ ਦੀ ਖਾਨ ਲਈ ਵਰ ਲੱਭਣ ਵੱਲ ਆਇਆ। ਪਿੰਡ ਦਾ ਚੌਧਰੀ ਰਾਏ ਬਲਾਲ ਇਸ ਨੂੰ ਆਪਣੀ ਬੇਟੀ ਤੁਰ ਜਾਣਦਾ ਸੀ। ਉਸਨੇ ਵਿਚੋਲਾ ਬਣ ਨਾਨਕੀ ਦਾ ਰਿਸ਼ਤਾ ਸੁਲਤਾਨਪੁਰ ਦੇ ਇੱਕ ਭਲੇ ਇਨਸਾਨ ਜੈ ਰਾਮ ਨਾਲ ਕਰਵਾ ਦਿੱਤਾ। ਬੇਬੇ ਨਾਨਕੀ ਭੈਣ ਰੂਪ ਵਿੱਚ ਜਿੰਨੀ ਪ੍ਰਵਾਨ ਚੜੀ, ਪਤਨੀ ਰੂਪ ਵਿੱਚ ਵੀ ਉਤਨਾ ਹੀ ਪਿਆਰ ਅਤੇ ਸਤਿਕਾਰ ਸਹੁਰੇ ਘਰ ਵਿੱਚ ਪ੍ਰਾਪਤ ਕੀਤਾ ਅਤੇ ਭਰਪੂਰ ਦੰਪਤੀ ਜੀਵਨ ਮਾਣਿਆ। ਸਹੁਰਾ ਪਰਮਾਨੰਦ ਜੀ ਤਾਂ ਨਾਨਕੀ ਜੀ ਦੇ ਪੇਕੇ ਪਰਿਵਾਰ ਨੂੰ ਆਪਣਾ ਘਰ ਜਾਂਦੇ ਅਤੇ ਹਰ ਮੌਕੇ ਤੇ ਸਹਾਈ ਹੁੰਦੇ। ਨਾਨਕੀ ਜੀ ਨੇ ਪਤੀ ਤੋਂ ਕਿੰਨਾ ਸਤਿਕਾਰ ਪ੍ਰਾਪਤ ਕੀਤਾ, ਹੇਠ ਦਿੱਤੇ ਤੋਂ ਸਪਸ਼ਟ ਹੈ। ਬਹੂ ਜੀ ਤੂੰ ਨਾਨਕ ਦੀ ਭੈਣ ਹੈ, ਧੰਨ ਪਰਮੇਸ਼ਰ ਹੈ, ਤੂੰ ਵੀ ਧੰਨ ਹੈ ਜੋ ਇਸ ਦੀ ਭੈਣ ਹੈ, ਅਤੇ ਥੋੜੇ ਅਸੀਂ ਵੀ ਧੰਨ ਆਹੇ ਜੋ ਤੇਰੇ ਨਾਲ ਸੰਗ ਹੈ। ਵਿਆਹ ਤੋਂ ਬਾਅਦ ਵੀ ਬੇਬੇ ਨਾਨਕੀ ਜੀ ਦਾ ਵੀਰ ਨਾਨਕ ਜੀ ਨਾਲ ਅਧਿਆਤਮਕ ਰਿਸ਼ਤਾ ਪਹਿਲਾਂ ਜਿੰਨਾ ਹੀ ਪੀੜਾ ਰਿਹਾ। ਇਹ ਵੀ ਸੱਚ ਹੈ ਕਿ ਕੇਵਲ ਬੇਬੇ ਨਾਨਕੀ ਹੀ ਨਾਨਕ ਜੀ ਦੇ ਜੀਵਨ ਆਦਰਸ਼ ਨੂੰ ਸਮਝ ਸਕੀ। ਉਸ ਨੂੰ ਪਤਾ ਸੀ ਕਿ ਪਿਤਾ ਕਾਲੂ ਜੀ ਪੁੱਤਰ ਨਾਨਕ ਦੀ ਅਧਿਆਤਮਕ ਉੱਚਤਾ ਪਹਿਚਾਨਣ ਤੋਂ ਅਸਮਰਥ ਹਨ ਅਤੇ ਆਮ ਪਿਤਾ ਦੀ ਤਰ੍ਹਾਂ ਨਾਨਕ ਜੀ ਕੋਲੋਂ ਦੁਨਿਆਵੀ ਸੁੱਖਾਂ ਦੀ ਆਸ ਰੱਖਣ ਅਤੇ ਪ੍ਰਾਪਤੀ ਨਾ ਹੋਣ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਹੈ ਅਤੇ ਇਸੇ ਕਾਰਨ ਨਾਨਕ ਵੀਰ ਨੂੰ ਆਪਣੇ ਆਦਰਸ਼ ਦੀ ਪ੍ਰਾਪਤੀ ਵਿੱਚ ਔਕੜਾਂ ਵੀ ਆ ਰਹੀਆਂ ਹਨ। ਤਾਂ ਉਸ ਇਹ ਯੋਗ ਸਮਝਿਆ ਕਿ ਵੀਰ ਨੂੰ ਆਪਣੇ ਘਰ ਲੈ ਆਵਾਂ। ਪਤੀ ਜੈ ਰਾਮ ਜੀ ਜੋ ਆਪ ਵੀ ਇੱਕ ਉੱਚ ਦਰਜੇ ਦੇ ਅਧਿਆਤਮਕਤਾ ਦੇ ਮਾਲਕ ਸਨ ਅਤੇ ਨਾਨਕ ਜੀ ਦਾ ਮਨੋ ਸਤਿਕਾਰ ਕਰਦੇ ਸਨ, ਵੀ ਇਸ ਵਿਚਾਰ ਦੇ ਹਾਮੀ ਹੋ ਗਏ। ਨਾਨਕ ਜੀ ਦੀ ਤਿਆਰੀ ਸੁਲਤਾਨਪੁਰ ਜਾਣ ਦੀ ਹੋਣ ਲੱਗੀ। ਵੀਰ ਨਾਨਕ ਦਾ ਜਿਸ ਤਰ੍ਹਾਂ ਜੈ ਰਾਮ ਜੀ ਵੱਲੋਂ ਸਵਾਗਤ ਕੀਤਾ ਗਿਆ, ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਉਹਨੂੰ ਬਿਆਨ ਕਰਦੇ ਹਨ। ਕਹੇ ਬੈਨ ਜੈ ਰਾਮ ਤਾਮੰਗ ਪੁਨੀਤਾ, ਭਇਓ ਆਵਨੇ ਤੇ ਉਡੀਕਨ ਤਨੀਤਾ। ਚਹੋ ਪੇਸ਼ ਪੋਸ਼ਿਸ਼ੰਗ ਜੈਸੀ ਤੈਸੀ ਹੰਡਾਵੋ, रुचे जो हृदय सो भली भांत खावो। रहो बैठ आपंग निकेतन तुम्हारो, करो सत्संग सो नाम उचारो। आया जयराम जी ਅਤੇ ਬੇਬੇ ਨਾਨਕੀ ਜੀ ਨੇ ਨਾਨਕ ਜੀ ਦੀ ਮਰਜ਼ੀ ਨੂੰ ਹੀ ਆਪਣੀ ਮਰਜ਼ੀ ਬਣਾ ਲਿਆ ਸੀ। ਆਪ ਨਹੀਂ ਚਾਹੁੰਦੇ ਸਨ ਕਿ ਜਿਸ ਉਦੇਸ਼ ਦੀ ਪ੍ਰਾਪਤੀ ਹਿਤ ਨਾਨਕ ਜੀ ਨੇ ਅਵਤਾਰ ਧਾਰਿਆ ਸੀ, ਉਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਘਨ ਪਵੇ। ਇਸ ਲਈ ਉਹਨਾਂ ਨਾਨਕ ਜੀ ਨੂੰ ਇਹ ਖੁੱਲ੍ਹ ਦੇ ਦਿੱਤੀ ਸੀ ਕਿ ਇਸ ਘਰ ਨੂੰ ਆਪਣਾ ਘਰ ਸਮਝਣ ਅਤੇ ਬਿਨਾਂ ਕਮਾਈ ਦੀ ਚਿੰਤਾ ਜਾਂ ਕਿਸੇ ਦੁਨਿਆਵੀ ਬੰਧਨ ਦੇ ਆਰਾਮ ਨਾਲ ਆਪਣਾ ਜੀਵਨ ਆਦਰਸ਼ ਪੂਰਾ ਕਰਨ ਵੱਲ ਧਿਆਨ ਦੇਣ। ਪਰ ਨਾਨਕ ਜੀ ਭੈਣ ਤੇ ਭਰਵਈਏ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਕਿਸੇ ਕਾਰ ਲਗਾਇਆ ਜਾਏ, ਕਿਉਂਕਿ ਕਾਰ ਵਿਹੀਨ ਭਲੇ ਨੈ ਚੀਨ, ਕਹੇ ਪ੍ਰਵੀਨ ਸਭੈ ਜਗ ਜਾਨੀ। ਭੈਣ ਨਾਨਕੀ ਲਈ ਇਹ ਅਚਰਜ ਗੱਲ ਸੀ ਕਿ ਉਹ ਵੀਰ ਜਿਸ ਨਾਲ ਕੰਮ ਨਾ ਕਰਕੇ ਪਿਤਾ ਝਗੜਾ ਕਰਦਾ ਸੀ, ਹੁਣ ਆਪ ਕੰਮ ਕਰਨ ਲਈ ਕਹਿ ਰਿਹਾ। ਬੇਬੇ ਨਾਨਕੀ ਜੀ ਨੇ ਸੋਚਿਆ ਕਿ ਕਿਤੇ ਵੀਰ ਆਪਣੇ ਆਪ ਨੂੰ ਉਸ ਉੱਤੇ ਭਾਰ ਸਮਝ ਹੀ ਨਾ ਇਹ ਗੱਲ ਕਹਿ ਰਿਹਾ ਹੋਵੇ। ਉਸ ਵੀਰ ਨੂੰ ਜੋ ਕਿਹਾ ਇਤਿਹਾਸ ਵਿੱਚ ਇੰਜ ਦਰਜ ਹੈ, ਧਨ ਧਾਨ ਪਦਾਰਥ ਜੋ ਘਰ ਮੈਂ, ਕਰਨਾ ਤਵ ਲੈ ਕਰੋ ਖਰਚਾ। ਵੀ ਹੈ ਵੀਰ, ਇਸ ਘਰ ਦੇ ਵਿੱਚ ਜੋ ਵੀ ਪਦਾਰਥ ਹੈ ਉਸ ਨੂੰ ਤੁਸੀਂ ਆਪਣਾ ਸਮਝ ਕੇ ਉਸ ਨੂੰ ਤੁਸੀਂ ਖਰਚੋ, ਕੋਈ ਕਿਸੇ ਤਰੀਕੇ ਦਾ ਵੀ ਮਨ ਵਿੱਚ ਰੰਜਿਸ਼ ਨਾ ਰੱਖੋ। ਜੈ ਰਾਮ ਜੀ ਨੇ ਵੀ ਇਹੋ ਕਿਹਾ, ਬੈਠ ਰਹੋ ਜਸ ਨਾਮ ਕਹੋ, ਕਿ ਬੈਠ ਕੇ ਪ੍ਰਭੂ ਦਾ ਸਿਮਰਨ ਕਰੋ ਤੁਸੀਂ। ਹਰ ਪ੍ਰੇਮ ਲਹੋ ਸੁਖ ਯੋ ਮੁਝ ਦੀਜੇ, ਕਿ ਹਰੀ ਦੇ ਪ੍ਰੇਮ ਨਾਲ ਤੁਸੀਂ ਜੁੜੇ ਰਹੋ ਔਰ ਇਹ ਸੁਖ ਜਿਹੜਾ ਮੈਨੂੰ ਵੀ ਤੁਸੀਂ ਦਿਓ। ਪਤੀ ਪਤਨੀ ਦੀ ਇਸ ਸੰਬੰਧੀ ਇੱਕੋ ਰਾਏ ਬੇਬੇ ਨਾਨਕੀ ਦੇ ਪਤੀ ਨਾਲ ਰਿਸ਼ਤੇ ਦੀ ਮਿਠਾਸ ਦ੍ਰਿੜ ਕਰਾਉਂਦੀ ਹੈ। ਪਰ ਨਾਨਕ ਜੀ ਨੇ ਕੰਮ ਵਿੱਚ ਰੁਝਣ ਦਾ ਫੈਸਲਾ ਕਰ ਲਿਆ ਸੀ। ਕਰ ਸੋ ਕਾਰ ਕਾਰ ਆਹਾਰ ਕਰੇ, ਕਿਰਤਾਰਥ ਦੇ ਕਰੈ ਨਰ ਐਸੇ, ਧਨ ਆਪ ਕਮਾਏ ਖਵਾਏ ਕੇ ਖਾਵਤ,
ਭੋਜਨ ਸਾਧਨ ਸਾਧਨ ਦੇਸੈ। ਨਾਨਕ ਜੀ ਇੱਛਾ ਅਨੁਸਾਰ ਭਾਈਆ ਜੈ ਰਾਮ ਜੀ ਨੇ ਉਹਨਾਂ ਲਈ ਮੋਦੀ ਦਾ ਕੰਮ ਲੱਭ ਦਿੱਤਾ। ਨਾਨਕ ਜੀ ਨੇ ਮੋਦੀ ਖਾਨਾ ਸੰਭਾਲਿਆ। ਜੋ ਆਵੇ ਸੋ ਰਾਜੀ ਜਾਵੇ ਅਨੁਸਾਰ ਸਭ ਲੋੜਵੰਦਾਂ ਨੂੰ ਖੁੱਲਾ ਰਾਸ਼ਨ ਦਿੱਤਾ। ਤੋ ਅੱਜ ਕੱਲ੍ਹ ਇਸ ਨੂੰ ਸਮਝਣਾ ਹੋਵੇ ਤੇ ਅਸੀਂ ਗਰਾਸਰੀ ਸਟੋਰ ਕਰਕੇ ਸਮਝ ਸਕਦੇ ਹਾਂ, ਜਿਸ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਾਇਆ ਗਿਆ। ਲੋਕਾਂ ਸੋਚਿਆ ਨਾਨਕ ਮੋਦੀ ਖਾਨਾ ਲੁਟਾਇਆ ਜਾ ਰਿਹਾ ਹੈ, ਲੁਟਾਈ ਜਾ ਰਿਹਾ ਹੈ। ਸ਼ਿਕਾਇਤਾਂ ਵੀ ਹੋਈਆਂ, ਪਰ ਹਰ ਵਾਰੀ ਹਿਸਾਬ ਠੀਕ ਨਿਕਲੇ। ਭੈਣ ਨਾਨਕੀ ਹਰ ਸਮੇਂ ਹਰ ਮੌਕੇ ਵੀਰ ਦੀ ਸੁੱਖ ਮਨਾਉਂਦੀ, ਅਰਦਾਸਾਂ ਕਰਦੀ। ਹੁਣ ਭੈਣ ਨਾਨਕੀ ਨੂੰ ਵੀਰ ਦੇ ਵਿਆਹ ਦੀ ਫਿਕਰ ਹੋਈ। ਜੈ ਰਾਮ ਜੀ ਦੀ ਨਜ਼ਰ ਵਿੱਚ ਪੱਖੋ ਕੇ ਰੰਧਾਵੇ ਮੂਲੇ ਖੱਤਰੀ ਦਾ ਪਰਿਵਾਰ ਆਇਆ, ਜਿਨ੍ਹਾਂ ਦੀ ਵਿਆਹਨਯੋਗ ਉਮਰ ਦੀ ਲੜਕੀ ਸੀ। ਰਿਸ਼ਤਾ ਪੱਕਾ ਹੋ ਗਿਆ। ਨਾਨਕੀ ਜੀ ਨੂੰ ਖੂਬ ਵਧਾਈਆਂ ਮਿਲੀਆਂ। ਪਹਿਲਾਂ ਕੁੜਮਾਈ ਅਤੇ ਫਿਰ ਵਿਆਹ ਦੀਆਂ ਰਸਮਾਂ ਬੜੇ ਚਾਵਾਂ ਨਾਲ ਪੂਰੀਆਂ ਕੀਤੀਆਂ ਗਈਆਂ। ਵਿਆਹ ਤੋਂ ਬਾਅਦ ਨਾਨਕੀ ਜੀ ਦੇ ਸਿਰ ਹੋਰ ਜ਼ਿੰਮੇਵਾਰੀਆਂ ਆ ਪਈਆਂ। ਮਾਤਾ ਸੁਲੱਖਣੀ ਜੀ ਘਰ ਵਿੱਚ ਨਵੇਂ ਹੋਣ ਕਰਕੇ ਨਾਨਕ ਜੀ ਦੀ ਆਤਮਿਕ ਅਵਸਥਾ ਤੋਂ ਅਣਜਾਣ ਸਨ। ਸੁਭਾਵਕ ਹੈ ਕਿ ਉਹ ਆਮ ਇਸਤਰੀਆਂ ਦੀ ਤਰ੍ਹਾਂ ਵਿਆਹਤਾ ਜੀਵਨ ਦੇ ਹਰ ਤਰ੍ਹਾਂ ਦੇ ਦੁਨਿਆਵੀ ਸੁੱਖਾਂ ਦੀ ਤਵੱਕੋ ਰੱਖਦੇ ਹੋਣ, ਚਾਹ ਰੱਖਦੇ ਹੋਣ। ਨਵੇਂ ਜੀਵਨ ਦੀਆਂ ਆਸਾਂ ਪੂਰੀਆਂ ਨਾ ਹੋਣ ਕਰਕੇ ਸੁਲੱਖਣੀ ਜੀ ਨਿਰਾਸ਼ ਰਹਿੰਦੇ ਸਨ ਕਿ ਨਾਨਕ ਜੀ ਮੋਦੀ ਖਾਨੇ ਵਿੱਚ ਕੰਮ ਕਰਦਿਆਂ ਆਮਦਨ ਦਾ ਬਹੁਤਾ ਹਿੱਸਾ ਗਰੀਬਾਂ ਵਿੱਚ ਵੰਡ ਆਉਂਦੇ ਸਨ। ਪਰ ਬੇਬੇ ਨਾਨਕੀ, ਜਿਸ ਹਮੇਸ਼ਾ ਨਾਨਕ ਜੀ ਦੀ ਮਰਜ਼ੀ ਵਿੱਚ ਹੀ ਆਪਣੀ ਮਰਜ਼ੀ ਸਮਝੀ ਸੀ, ਵੱਡੀ ਭੈਣ ਦਾ ਫਰਜ਼ ਨਿਭਾਉਂਦਿਆਂ ਹੋਇਆ ਸਮਝਾਇਆ ਕਿ ਉਸ ਦਾ ਪਤੀ ਇੱਕ ਵੱਡੇ ਆਦਰਸ਼ ਲਈ ਸੰਸਾਰ ਵਿੱਚ ਆਇਆ ਹੈ। ਸਮੇਂ ਦੀ ਲੋੜ ਹੈ ਕਿ ਉਹ ਪਤੀ ਦੇ ਉੱਚ ਜੀਵਨ ਆਦਰਸ਼ ਨੂੰ ਸਮਝ ਕੇ ਉਸ ਦੀ ਪ੍ਰਾਪਤੀ ਵਿੱਚ ਪਤੀ ਦੀ ਸਹਾਈ ਹੋਵੇ ਅਤੇ ਜੀਵਨ ਵਿੱਚ ਸੁਖ ਪ੍ਰਾਪਤ ਕਰੇ। ਜਾਨੋ ਭਲਾ ਕੰਤ ਅਨੁਸਾਰਾ ਹੋਵੋ ਸਰਬ ਭਾਂਤ ਸੁਖ ਭਾਰਾ। ਨਾਲ ਹੀ ਭਰਜਾਈ ਨੂੰ ਤਸੱਲੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਲਈ ਉਹ ਹਮੇਸ਼ਾ ਹਾਜ਼ਰ ਹੈ। ਜੋ ਕੁਛ ਲਾਲਸ ਹੋਏ ਪਦਾਰਥ ਕਹੇ ਮੋਸੋ ਪੁਰਵੋ ਸਭ ਸਵਾਰਥ। ਉਧਰ ਸੁਲੱਖਣੀ ਜੀ ਦੇ ਪਿਤਾ ਜੀ ਵੀ ਦੁਖੀ ਸਨ ਕਿ ਜਵਾਈ ਦਾ ਜ਼ਮੀਨ ਜਾਇਦਾਦ ਬਣਾਉਣ ਵੱਲ ਕੋਈ ਧਿਆਨ ਹੀ ਨਹੀਂ ਅਤੇ ਜੋ ਕੁਝ ਵੀ ਕਮਾਉਂਦਾ ਹੈ ਸਭ ਲੁਟਾ ਛੱਡਦਾ ਹੈ। ਉਹਨਾਂ ਦਾ ਸਾਰਾ ਗੁੱਸਾ ਵਿਚੋਲੇ ਜੈ ਰਾਮ ਤੇ ਨਿਕਲਿਆ। ਲੱਗੇ ਉਸ ਨੂੰ ਬੁਰਾ ਭਲਾ ਬੋਲਣ। ਉਧਰ ਨਾਨਕ ਜੀ ਦੀ ਸੱਸ ਚੰਦੋ ਰਾਣੀ ਆਪਣਾ ਗੁੱਸਾ ਨਾਨਕ ਜੀ ਤੇ ਕੱਢਦੀ। क्रोध किए पुन बोली बहना, तुम और डर परमेश्वर है ना। किस प्रकार को ठाणियो मता, दासी जो राखी मम सुता। कि मेरी ਜਿਹੜੀ ਲੜਕੀ ਹੈ ਉਹਨੂੰ ਤੁਸੀਂ ਨੌਕਰਾਨੀ ਬਣਾ ਕੇ ਰੱਖਿਆ ਹੋਇਆ ਹੈ। ਨਿਜ ਭਰਾਤਾ को न समझावै, ਸਰਬ ਦਰਬ ਕੈ ਵਹਿ ਲੁਟਾਵੈ। ਤੁਮਰੇ ਦਰ ਸਰਸ ਨਾ ਹਿਰਦੇ ਕੋਈ, ਜੇਠਾ ਦੁਖੀ ਸੁਤਾ ਮਮ ਹੋਈ। ਕਿ ਤੈਨੂੰ ਪਤਾ ਨਹੀਂ ਕਿ ਮੇਰੀ ਕੁੜੀ ਕਿੰਨੀ ਦੁਖੀ ਹੋਈ ਹੈ, ਤੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ। ਨਾਤਾ ਜਬ ਜਰਾਮ ਗਵਾਇਓ, ਅਬ ਤੈ ਕੋ ਨਾਹੈ ਸਮਝਾਇਓ। ਨਾਨਕ ਜੀ ਦੀ ਸੱਸ ਦੇ ਉਲਾਮੇ ਸੁਣ ਕੇ ਜੋ ਜਵਾਬ ਠੰਡੀ ਅਤੇ ਮਿੱਠੀ ਆਵਾਜ਼ ਵਿੱਚ ਨਾਨਕੀ ਜੀ ਨੇ ਦਿੱਤਾ, ਉਸ ਤੋਂ ਗੁਨਾ ਦੀ ਖਾਨ ਨਾਨਕੀ ਜੀ ਦੀ ਸ਼ਖਸੀਅਤ ਦਾ ਇੱਕ ਹੋਰ ਪੱਖ ਉੱਭਰ ਕੇ ਸਾਹਮਣੇ ਆਉਂਦਾ ਹੈ। ਕੋਈ ਘੱਟ ਸਿਆਣਾ ਮਨੁੱਖ ਗੁੱਸੇ ਵਿੱਚ ਆ ਕੇ ਉਸ ਨੂੰ ਹੋਰ ਗੱਲਾਂ ਸੁਣਾ ਕੇ ਆਪਣਾ ਗੁਬਾਰ ਕੱਢਦਾ ਹੈ, ਪਰ ਨਾਨਕੀ ਜੀ ਦੀ ਮਿੱਠੀ ਬਾਣੀ ਵਿੱਚ ਉਸ ਨੂੰ ਮਾਸੀ ਕਹਿ ਕੇ ਆਪਣਾ ਪੱਖ ਰੱਖਦੇ ਹਨ ਕਿ ਭਰਾਵਾਂ ਨੂੰ ਕੀ ਸਮਝਾਵਾਂ, ਭਰਾ ਨੂੰ ਮੈਂ ਕੀ ਸਮਝਾਵਾਂ। ਉਹ ਕਿਸੇ ਬੁਰੀ ਆਦਤ ਦਾ ਸ਼ਿਕਾਰ ਵੀ ਨਹੀਂ, ਨਾ ਚੋਰੀ ਕਰਦਾ ਹੈ, ਨਾ ਜੂਆ ਖੇਡਦਾ ਹੈ, ਨਾ ਸ਼ਰਾਬ ਪੀਂਦਾ ਹੈ। ਬੋਲੀ ਮ੍ਰਿਦਰ ਮਾਦਰੀ ਬਾਣੀ, ਸੁਣ ਮਾਸੀ ਤੂੰ ਪਰਮ ਸਿਆਣੀ। ਕਿ ਮਾਸੀ ਜੀ ਤੁਸੀਂ ਬੜੇ ਸਿਆਣੇ ਹੋ, ਕਿਆ ਸਮਝਾਵਾਂ ਮੈਂ ਭਲਵਾਤਾ। ਮੈਂ ਆਪਣੇ ਭਰਾ ਨੂੰ ਕੀ ਸਮਝਾਵਾਂ, ਕੋ ਕਰਮ ਨਾ ਕਰ ਹੀ ਭਰਾਤਾ। ਕਿ ਮੇਰਾ ਭਰਾ ਕੋਈ ਗਲਤ ਕੰਮ ਥੋੜੀ ਕਰ ਰਿਹਾ। ਤਸਕਰ ਸੰਗਣਾ ਕਰੇ ਸਤੇਈ, ਤੇ ਨਾ ਚੋਰਾਂ ਦੀ ਉਹ ਸੰਗ ਕਰੇ। ਜੂਪ ਨਾ ਖੇਲੇ ਤੇ ਸੁਰਾ ਨਾ ਪਈ, ਨਾ ਉਹ ਸ਼ਰਾਬ ਪੀਂਦਾ ਤੇ ਨਾ ਜੂਆ ਖੇਡਦਾ। ਫਿਰ ਨਾਨਕ ਜੀ ਦੇ ਗੁਣ ਦੱਸ ਉਸ ਦੀ ਨਿਸ਼ਾ ਕਰਵਾਉਂਦੇ ਹਨ ਕਿ ਉਸ ਦਾ ਸੁਭਾਅ ਚੰਗਾ ਹੈ, ਕਿਸੇ ਨੂੰ ਉੱਚਾ ਨਹੀਂ ਬੋਲਦਾ, ਦਇਆਵਾਨ ਹੈ, ਦਾਨੀ ਹੈ। ਜੇ ਮੈਂ ਅਜੇ ਭਰਾ ਨੂੰ ਚੰਗੇ ਕੰਮਾਂ ਤੋਂ ਰੋਕਾਂ ਤਾਂ ਮੇਰੇ ਲਈ ਬਹੁਤ ਮਾੜੀ ਗੱਲ ਹੋਏਗੀ। ਭਲ ਬਿਲੋਕੋ ਤਾਏ ਸੁਭਾਓ, ਜੈ ਮੈਂ ਰੰਚਕ ਦੋਸ਼ ਨਾ ਕਾਊ। ਪਰ ਦੁਖ ਭਿਖ ਨੈ ਜਾਤ ਸਹਾਰਾ, ਸੁਖ ਦਾਨੀ ਜੋ ਬ੍ਰਿਖ ਉਪਕਾਰਾ। ਜੇ ਕੋ ਨੀਕੇ ਕਰਮਨ ਲਾਗਾ, ਤੈ ਹੋਰੈ ਸੋ ਹੋਤ ਕੁਭਾਗਾ। ਫਿਰ ਕਹਿੰਦੇ ਹਨ ਕਿ ਉਹਨਾਂ ਨੂੰ ਤਾਂ ਆਪਣੇ ਆਪ ਨੂੰ ਵਡਭਾਗੇ ਸਮਝਣਾ ਚਾਹੀਦਾ ਹੈ ਕਿ ਇਹੋ ਜਿਹਾ ਜਵਾਈ ਉਹਨਾਂ ਨੂੰ ਮਿਲਿਆ ਹੈ। ਧਨ ਭਾਗ ਤੁਮ ਕਰੇ ਵਿਧਾਤਾ, ਜਿਨ ਕੋ ਐਸੋ ਬਣਿਓ ਜਮਾਤਾ। ਅਨਕ ਕੁਲਨ ਕੇ ਕਰੈ ਉਧਾਰਾ, ਸ਼ਾਂਤ ਰੂਪ
ਕਹਿ ਨਾਸ਼ ਵਿਕਾਰਾ। ਭਰਾ ਦੀ ਵਡਿਆਈ ਦੱਸਣ ਤੋਂ ਬਾਅਦ ਨਾਨਕੀ ਜੀ ਨੇ ਚੰਦੋ ਰਾਣੀ ਨੂੰ ਸਵਾਲ ਕੀਤਾ ਕਿ ਨਾਨਕ ਜੀ ਦੇ ਲੇਖੇ ਵਿੱਚ ਤਾਂ ਹਮੇਸ਼ਾ ਵਾਧਾ ਹੀ ਆ ਰਿਹਾ ਹੈ, ਤਾਂ ਫਿਰ ਉਸ ਦੀ ਧੀ ਨੂੰ ਕਿਸ ਪਦਾਰਥ ਦਾ ਘਾਟਾ ਹੈ? ਕਹਿਓ ਕੌਣ ਪਦਾਰਥ ਹੀਨੀ, ਜਾਂ ਤੇ ਦੁਖੀ ਸੁਤਾ ਨਿਜ ਚੀਨੀ। ਸਰਬ ਵਸਤਰ ਭਰਾਤਾ ਨੇ ਦੀਨੀ, ਖਰਚਨ ਖਾਨ ਅਤੋਟੈ ਕੀਨੀ। एक फिकर को जिक्र न को, चाहे जो होए पहुँचाऊं सो। बिन दोख तुम करो खुआरा, तो क्या चले हमारो चारा। ਕਿ ਤੁਸੀਂ ਬਿਨਾਂ ਕਿਸੇ ਗੱਲ ਤੋਂ ਐਵੇਂ ਦੁਖੀ ਹੋ ਰਹੇ ਹੋ। ਮੇਰਾ ਭਰਾ ਤਾਂ ਉਹਨੂੰ ਖਾਣ ਪੀਣ ਨੂੰ, ਵਸਤਰ, ਕਪੜਾ ਲੱਤਾ ਸਭ ਦਿੰਦਾ ਹੈ, ਤਾਂ ਕਿਸੇ ਗੱਲ ਦੀ ਕਮੀ ਨਹੀਂ ਹੈ, ਤੇ ਮਾਸੀ ਜੀ ਤੁਸੀਂ ਐਵੇਂ ਹੀ ਪਰੇਸ਼ਾਨ ਹੋ ਰਹੇ ਹੋ। ਨਾਨਕੀ ਜੀ ਦੀ ਇਹਨਾਂ ਗੱਲਾਂ ਦਾ ਚੰਦੋ ਰਾਣੀ ਕੋਲ ਕੋਈ ਜਵਾਬ ਨਹੀਂ ਸੀ। ਫਿਰ ਨਾਨਕੀ ਜੀ ਨੇ ਉਸ ਨੂੰ ਦੱਸਿਆ ਕਿ ਸੁਲੱਖਣੀ ਜੀ ਉਸ ਨਾਲ ਆਮ ਹੀ ਕ੍ਰੋਧ ਕਰਦੇ ਸਨ, ਪਰ ਨਾਨਕੀ ਜੀ ਉਸ ਨੂੰ ਛੋਟੀ ਜਾਣ ਚੁੱਪ ਕਰਕੇ ਸਮਾਂ ਬਿਤਾ ਲੈਂਦੇ ਸਨ। ਹਉ ਔਰ ਲਖ ਕਰ ਲਘੂ ਭਰਜਾਈ, ਛੋਟੀ ਭਰਜਾਈ ਸਮਝ ਕੇ ਕਰੋ ਤੂਸ਼ਰੀ ਸਮਾਂ ਬਤਾਈ। ਸ਼ੁਭ ਖਤਰੀ ਕੀ ਤਨਿਆ ਕਰਕੇ, ਕਛੂ ਨਾ ਬਦਨ ਤੈ ਕੋ ਵਿਚਰਕ ਹੈ। ਜਦੋਂ ਚੰਦੋ ਰਾਣੀ ਨੂੰ ਕੋਈ ਜਵਾਬ ਨਾ ਓੜਿਆ ਤਾਂ ਉਸਨੇ ਇੱਕ ਹੋਰ ਗਿਲਾ ਕੀਤਾ ਕਿ ਨਾਨਕੀ ਜੀ ਉਸਦੀ ਪੁੱਤਰੀ ਨਾਲ ਬਹੁਤੀ ਗੱਲਬਾਤ ਨਹੀਂ ਕਰਦੇ। ਜੇ ਪਤੀ ਪਿਆਰ ਨਾਲ ਬੋਲੇ ਤਾਂ ਪਤਨੀ ਪਾਸ ਬਹੁਤ ਕੱਪੜੇ ਅਤੇ ਗਹਿਣੇ ਨਾ ਵੀ ਹੋਣ ਤਾਂ ਵੀ ਗੁਜ਼ਾਰਾ ਕਰ ਲੈਂਦੀ ਹੈ। ਨਾਨਕ ਜੀ ਘਰ ਹੀ ਨਹੀਂ ਵੜਦੇ ਤਾਂ ਸੁਲੱਖਣੀ ਸਾਜੋ ਸਮਾਨ ਦਾ ਕੀ ਕਰੇ? ਆਪਣੇ ਮਨ ਦੀ ਗੱਲ ਕਿਸ ਨਾਲ ਕਰੇ? ਹਿਰਦੇ ਮਨੋਰਥ ਕਿਸ ਢਿੰਗ ਭਾਖੋ, ਜਿਸ ਸੋ ਕਹਿ ਆਪਣੋ ਦੁਖ ਨਾਖੋ। ਨਿਤ ਪ੍ਰਤੀ ਚਿੰਤਾ ਮਹਿ ਬਿਤਾਉ, ਨਿਜ ਬੇਦਨ ਜੇਰਾ ਤਪਤਾਉ। ਇਸ ਸਮੱਸਿਆ ਨੂੰ ਜਿਵੇਂ ਨਾਨਕੀ ਜੀ ਨੇ ਸੁਲਝਾਇਆ, ਉਹ ਤਾਂ ਆਪ ਦੀ ਡੂੰਘੀ ਸੋਚ ਅਤੇ ਮਨੋਵਿਗਿਆਨਕ ਦ੍ਰਿਸ਼ਟੀ ਉਜਾਗਰ ਕਰਦੀ ਹੈ। आपने जिथे सुलखणी जी की माता ਨੂੰ ਭਰੋਸਾ ਦਿਵਾਇਆ ਕਿ ਉਹ ਨਾਨਕ ਜੀ ਨੂੰ ਇਸ ਸੰਬੰਧੀ ਉਹਨਾਂ ਦਾ ਫਰਜ਼ ਸਮਝਾਉਣਗੇ, ਉੱਥੇ ਸੁਲਖਣੀ ਜੀ ਨੂੰ ਵੀ ਸਮਝਾਇਆ ਜਾਏ ਕਿ ਉਹ ਆਪਣੇ ਅਵਤਾਰੀ ਪਤੀ ਦੇ ਉੱਚ ਆਦਰਸ਼ ਦੀ ਪ੍ਰਾਪਤੀ ਵਿੱਚ ਮਿਲਵਰਤਨ ਦੇ ਕੇ ਸਹਾਈ ਹੋਣ। ਇਸ ਸੰਬੰਧੀ ਹੋਏ ਵਾਰਤਾਲਾਪ ਨੂੰ ਭਾਈ ਸੰਤੋਖ ਸਿੰਘ ਜੀ ਨੇ ਵੀ ਇਉਂ ਰੂਪਮਾਨ ਕੀਤਾ ਹੈ। हे ਮਾਸੀ ਤੂੰ ਸਭ ਬਿਦ ਸਾਚੀ, ਕਿ हे ਮਾਸੀ ਤੂੰ ਸਭ ਗੱਲੇ ਸੱਚੀ ਹੈ, ਤਬ ਤਨਿਆ ਵੀ ਸਾਚ ਉਬਾਚੀ। ਇਹ ਤੇਰੀ ਜਿਹੜੀ ਕੁੜੀ ਹੈ ਉਹ ਵੀ ਠੀਕ ਕਹਿੰਦੀ ਹੈ। ਨਾਨਕੀ ਜੀ ਭਰੋਸਾ ਦਿੰਦੇ ਹਨ ਕਿ ਉਹ ਇਸ ਸੰਬੰਧੀ ਉਹਨਾਂ ਦਾ ਪੱਖ ਰੱਖਣ ਲਈ ਨਾਨਕ ਜੀ ਨਾਲ ਗੱਲ ਕਰਨਗੇ। ਅਬ ਜਾਵੋ ਤੁਮ ਤੇ ਪਛਤਾਤਾ, ਤੁਸੀਂ ਹੁਣ ਚਲੇ ਜਾਓ ਮਾਸੀ ਜੀ, ਤੁਹਾਡੇ ਤੋਂ ਬਾਅਦ ਜਬ ਆਵਸ ਆਵੇਂ ਸ੍ਰੀ ਭਰਾਤਾ, ਜਦੋਂ ਭਰਾ ਮੇਰਾ ਘਰ ਆਏਗਾ, ਕਰਵਾਵੇਂਗੀ ਬਹੁਤ ਦਿਲਾਸਾ, ਫਿਰ ਤੇਰੀ ਲੜਕੀ ਨੂੰ ਬਹੁਤ ਗਾਲਾਂ ਕਰਾਵਾਂਗੀ ਔਰ ਬਹੁਤ ਦਿਲਾਸਾ ਦਵਾਵਾਂਗੀ। ਤਬ ਤਨਿਆ ਕੋ ਨਾਨਕ ਪਾਸਾ, ਤੇ ਨਾਨਕ ਜੀ ਦੇ ਕੋਲ ਉਹਨੂੰ ਬਿਠਾ ਕੇ ਦੋਨਾਂ ਨੂੰ ਸਮਝਾਵਾਂਗੀ। ਸੋ ਸੁਖਦ ਮਾਹੌਲ ਵਿੱਚ ਹੋਈ ਇਸ ਗੱਲਬਾਤ ਨੇ ਚੰਦੋ ਰਾਣਾ ਦੀਆਂ ਅੱਖਾਂ ਖੋਲ ਦਿੱਤੀਆਂ। ਹੁਣ ਉਸ ਦਾ ਧਿਆਨ ਧੀ ਦੀਆਂ ਕਮੀਆਂ ਵੱਲ ਵੀ ਆਇਆ ਅਤੇ ਉਸ ਫੈਸਲਾ ਕੀਤਾ ਧੀ ਨੂੰ ਸਮਝਾਉਣ ਦਾ ਕਿ ਉਸ ਦਾ ਪਤੀ ਬਹੁਤ ਧਰਮੀ ਅਤੇ ਖੁੱਲੇ ਦਿਲ ਵਾਲਾ ਹੈ, ਕਿਉਂਕਿ ਉਹ ਪੇਕੇ ਘਰ ਵਿੱਚ ਲਾਡਾਂ ਵਿੱਚ ਪਲੀ ਹੈ ਅਤੇ ਉਸ ਨੂੰ ਅਜਿਹੀ ਸੇਵਾ ਦੀ ਆਦਤ ਨਹੀਂ ਹੈ। ਇਸ ਲਈ ਉਸ ਨੂੰ ਇਹ ਸਮੱਸਿਆਵਾਂ ਆ ਰਹੀਆਂ ਹਨ। ਉਸ ਦਾ ਫਰਜ਼ ਬਣਦਾ ਹੈ ਉਹ ਪਰਿਵਾਰ ਅਤੇ ਪਤੀ ਪ੍ਰਤੀ ਫਰਜ਼ ਨਿਭਾਏ। ਉੱਠ ਕਰ ਆਈ ਤੰਨਿਆ ਪਾਸਾ, ਆਪਣੀ ਲੜਕੀ ਕੋਲ ਆ ਗਈ, ਮਾਤਾ ਸੁਲੱਖਣੀ ਕੋਲ, ਸਮਝਾਈ ਬਹੁਤ ਦੀਨ ਦਿਲਾਸਾ, ਬੜਾ ਦਿਲਾਸਾ ਦੇ ਕੇ ਸਮਝਾਇਆ। ਕੰਤ ਤੋਹੇ ਨੀਕੋ ਸ਼ੁਭ ਕਰਮੀ, ਕਿ ਤੇਰਾ ਪਤੀ ਨਾਨਕ ਬੜਾ ਸ਼ੁਭ ਕਰਮਾਂ ਵਾਲਾ ਹੈ। ਪੂਰਬ ਕੋ ਉਧਰ ਦਿੜ ਧਰਮੀ, ਕਿ ਪਰ ਬੜੇ ਧਰਮ ਨੂੰ ਮੰਨਣ ਵਾਲਾ ਹੈ। ਤੂੰ ਨਹਿਰ ਘਰ ਹੁਤੀ ਦੁਲਾਰੀ, ਤੂੰ ਆਪਣੇ ਨਾਨਕੇ ਘਰ, ਆਪਣੇ ਪੇਕੇ ਘਰ ਵੀ ਬੜੀ ਪਿਆਰੀ ਸੈਂ। न जाने कोई सेव प्रकारी, किसी प्रकार ਦੀ ਤੈਨੂੰ ਕੋਈ ਕੰਮ ਕਿਹਾ ਹੀ ਨਹੀਂ ਉੱਥੇ। ਅਬ ਮਨ ਸਮਝ ਸੇਵ ਪੈ ਕੀਜੇ, ਹੁਣ ਆਪਣੇ ਫਰਜ਼ ਨੂੰ ਸਮਝ ਸਹੁਰੇ ਘਰ ਵਿੱਚ ਭਲੇ ਰਜਾਏ ਸਰਬ ਸੁਖ ਲੀਜੇ, ਉਹ ਸਾਰੇ ਸੁਖ ਜੂ ਉਸ ਨੂੰ ਤੂੰ ਲੈ। ਇਸ ਤਰ੍ਹਾਂ ਨਾਨਕੀ ਜੀ ਦੀ ਮਨੋਵਿਗਿਆਨਕ ਸੂਝ ਨਾਲ ਸਮਝਾਈ ਗੱਲ ਦਾ ਅਸਰ ਸਾਰਿਆਂ ਵੱਲੋਂ ਕਬੂਲਿਆ ਗਿਆ ਅਤੇ ਚੰਦੋ ਰਾਣੀ ਜੀ ਠੰਡੇ ਮਨ ਨਾਲ ਘਰ ਵਾਪਸ ਗਈ ਤੇ ਉਸ ਦੀ ਧੀ ਜਿਹੜੀ ਹੈ ਉਹ ਸੁਖੀ ਰਹੇਗੀ। ਦੂਸਰੇ ਪਾਸੇ ਨਾਨਕੀ ਜੀ ਨੇ ਨਾਨਕ ਜੀ ਨੂੰ ਕਿਵੇਂ ਸਮਝਾਇਆ, ਇਸ ਬਾਰੇ ਇਤਿਹਾਸ ਵਿੱਚ ਇਵੇਂ ਦਰਜ ਹੈ। ਤਾਂ ਨਾਨਕੀ ਆਖਿਆ, ਪਰਮੇਸ਼ਰ ਮਿਹਰਬਾਨ ਤਾਂ ਜਾਣਾਂਗੀ, ਜੇ ਤੂੰ ਮੇਰਾ ਹਿੱਕ ਕਹਿਆ ਮੰਨੇਗਾ। ਤਾਂ ਨਾਨਕ ਕਿਹਾ, ਬੇਬੇ ਜੀ ਜੋ ਤੂੰ ਕਹੇਂਗੀ ਸੋ ਮੰਨਾਂਗਾ। ਤਾਂ ਬੇਬੇ ਆਖਿਆ, ਭਾਈ ਜੀ ਅਸੀਂ ਬਹੁਤ ਸ਼ਰਮਿੰਦੇ ਹੁੰਦੇ ਆਏ, ਤੂੰ ਭਾਬੀ ਨੂੰ ਦਿਲਾਸਾ ਨਹੀਂ ਦਿੰਦਾ। ਭਲਿਆ ਸਕਿਆਂ ਦੀਆਂ ਧੀਆਂ ਗੋਦੀ ਵਿੱਚ ਪਾਏ ਕਰ ਲਿਆਉਂਦੀਆਂ ਹੈ ਅਤੇ ਉਹਨਾਂ ਦਾ ਦਿਲਾਸਾ ਨਹੀਂ ਹੁੰਦਾ ਤਾਂ ਬਹੁਤ ਸ਼ਰਮਿੰਦਗੀ ਹੁੰਦੀ ਹੈ। ਤੂੰ ਸਾਧੂ ਹੈ, ਆਪਣੇ ਜੀਵ ਵਿੱਚ ਵਿਚਾਰ ਕਰ ਦੇਖ, ਸਾਡਾ ਆਖਿਆ ਮੰਨ। ਤਾਂ ਗੁਰੂ ਨਾਨਕ ਆਖਿਆ, ਬੇਬੇ ਜੀ
ਕਿਸੇ ਗੱਲ ਥੀ ਵਿਰਵੀ ਰਹਿੰਦੀ ਹੈ। ਤਾਂ ਨਾਨਕੇ ਆਖਿਆ ਵਿਰਵੀ ਕਿਉਂ ਰਹੇ, ਪਰਮੇਸ਼ਰ ਦਾ ਸਭ ਕੁਝ ਹੈ, ਪਰ ਇੱਕ ਮੂੰਹ ਦਾ ਦਿਲਾਸਾ ਸਭਨਾ ਗੱਲਾਂ ਤੋਂ ਵੱਡਾ ਹੈ। ਹੋਰ ਕੁਝ ਹੋਵੇ ਭਾਵੇਂ ਨਾ ਹੋਵੇ, ਪਰ ਮੂੰਹ ਦਾ ਦਿਲਾਸਾ ਹੋਵੇ ਤਾਂ ਤ੍ਰੀਮਤਾ ਨੂੰ ਇਹ ਗੱਲਾਂ ਲੋੜੀਂਦੀ ਹੈ। ਤਬ ਨਾਨਕ ਜੀ ਕਿਹਾ, ਬੇਬੇ ਜੋ ਤੁਸੀਂ ਕਿਹਾ ਸੋ ਮੈਂ ਸਮਝਿਆ ਹੈ, ਤੂੰ ਇਸ ਗੱਲ ਦਾ ਮਨ ਸੰਤੋਖ ਕਰ। ਮਹਾਕਵੀ ਸੰਤੋਖ ਸਿੰਘ ਜੀ ਇਸ ਬਾਰੇ ਇਉਂ ਲਿਖਦੇ ਹਨ, ਸਭ ਕੋ ਬਦ ਆਦਰ ਹੈ ਮੁਖ ਕੋ, ਤ੍ਰੇ ਕੋ ਪਤੀ ਬੈਨ ਕਹੇ ਸੁਖ ਕੋ। ਕਿ ਔਰਤ ਨੂੰ ਸਭ ਤੋਂ ਜ਼ਿਆਦਾ ਸੁਖ ਉਸ ਵੇਲੇ ਮਿਲਦਾ ਜਦੋਂ ਉਹਦਾ ਪਤੀ ਉਹਦੇ ਨਾਲ ਲਾ ਕਰਕੇ ਚਾਰ ਗੱਲਾਂ ਕਰਦਾ ਹੈ ਸੁਖ ਦੀਆਂ। ਕੰਤ ਨਾ ਬੋਲਤ ਤ੍ਰਿਆ ਸੋ ਅਵਧ ਪਦਾਰਥ ਪਾਸ। ਕਿ ਅਗਰ ਔਰਤ ਕੋ ਰਾ ਕਰਕੇ ਪਤੀ ਗੱਲ ਹੀ ਨਹੀਂ ਕਰਦਾ ਤਾਂ ਭਾਵੇਂ ਉਹਦੇ ਕੋਲ 100 ਪਦਾਰਥ ਹੋਣ। ਰੰਚਕ ਸੁਖ ਨਾਏ ਦੇ ਸਰਬ ਬਿਨ ਤੰਦੁਲ ਤੁਖ ਰਾਸ। ਤੇ ਉਸ ਨੂੰ ਜਰਾ ਵੀ ਉਹ ਸਾਰੇ ਪਦਾਰਥ ਜਿਹੜੇ ਹਨ ਸੁਖ ਨਹੀਂ ਦਿੰਦੇ ਹਨ। ਸਾਰੀ ਵਾਰਤਾਲਾਪ ਦਾ ਸਿੱਟਾ ਇਹ ਨਿਕਲਿਆ ਕਿ ਨਾਨਕ ਜੀ ਘਰ ਵਿੱਚ ਵਧੇਰਾ ਸਮਾਂ ਬਿਤਾਉਣ ਲੱਗੇ। ਉਧਰ ਸੁਲੱਖਣੀ ਜੀ ਤੇ ਮਾਤਾ ਦੀ ਸਿੱਖਿਆ ਦਾ ਅਸਰ ਹੋਇਆ ਅਤੇ ਉਹ ਨਾਨਕ ਜੀ ਦੇ ਆਦਰਸ਼ ਦੀ ਉੱਚਤਾ ਨੂੰ ਸਮਝ ਆਗਿਆ ਵਿੱਚ ਆ ਗਈ। ਘਰ ਦੇ ਨੌਕਰ ਹਟਾ ਦਿੱਤੇ ਤੇ ਆਪਾ ਭਾਵ ਮਿਟਾ, ਮਨ ਦਾ ਮਾਨ ਮਿਟਾ ਕੇ ਸੇਵਾ ਵਿੱਚ ਲੱਗ ਗਏ। ਆਏ ਸਮੈ ਦਿਨ ਰਹਿਣ ਰਹੇ ਤੀ, ਸੁਲੱਖਣੀ ਪੁੰਨ ਸੁਮਤ, ਜਿਉ ਉਚਰੇ ਮੁਖ ਬੈਣ ਤਯੋ ਸਭ ਕ੍ਰਿਤ ਕਮਾਵਈ। ਜੋ ਨਾਨਕ ਜੀ ਕਹਿੰਦੇ ਸਨ ਫਟਾਫਟ ਦੌੜ ਕੇ ਉਹ ਕੰਮ ਕਰਦੀ ਸੀ। ਨਾਨਕ ਜੀ ਦੇ ਘਰ ਵਿੱਚ ਰਹਿਣ ਅਤੇ ਘਰ ਦੇ ਬਦਲੇ ਮਾਹੌਲ ਕਾਰਨ ਲੋੜਵੰਦ ਤੇ ਧਰਮੀ ਲੋਕਾਂ ਦੀ ਆਵਾਜਾਈ ਘਰ ਵੀ ਸ਼ੁਰੂ ਹੋ ਗਈ ਅਤੇ ਸੁਲੱਖਣੀ ਜੀ ਦੇ ਤਨ ਮਨ ਨਾਲ ਗੁਰੂਪਤੀ ਦੇ ਅਨੁਸਾਰ ਚੱਲਣ ਲੱਗ ਪਏ। ਉਹ ਨਾਨਕੀ ਜੀ ਦੇ ਯਤਨਾਂ ਸਦਕਾ ਘਰ ਵਿੱਚ ਆਨੰਦਮਈ ਮਾਹੌਲ ਜਿਹੜਾ ਹੈ ਉਹ ਬਣ ਗਿਆ ਅਤੇ ਸੁਲੱਖਣੀ ਜੀ ਸੁਖੀ ਜੀਵਨ ਬਤੀਤ ਕਰਨ ਲੱਗੇ। ਉੱਤੋਂ ਰਿੜਤੀ 2 ਪੁੱਤਰਾਂ ਦਾ ਜਨਮ ਘਰ ਵਿੱਚ ਹੋਇਆ ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਨਾਨਕੀ ਜੀ ਨੇ ਹੁਣ ਮਹਿਸੂਸ ਕੀਤਾ ਕਿ ਹਰ ਵੇਲੇ ਘਰ ਵਿੱਚ ਆਇਆ ਗਿਆ ਹੋਣ ਕਰਕੇ ਅਤੇ ਪਰਿਵਾਰ ਵਿੱਚ ਵਾਧੇ ਕਰਕੇ ਗੁਰੂ ਨਾਨਕ ਜੀ ਨੂੰ ਵੱਡੇ ਘਰ ਦੀ ਲੋੜ ਸੀ। ਇਸ ਲਈ ਬੇਬੇ ਨਾਨਕੀ ਆਪ ਨੇੜੇ ਲੱਗਦੇ ਛੋਟੇ ਘਰ ਵਿੱਚ ਆ ਗਈ ਅਤੇ ਵੱਡਾ ਘਰ ਵੀਰ ਨਾਨਕ ਦੇ ਹਵਾਲੇ ਕਰ ਦਿੱਤਾ। ਵੱਡੇ ਘਰ ਦਾ ਖੁੱਲਾ ਵਿਹੜਾ ਨਾਨਕ ਜੀ ਦੇ ਘਰ ਦੀ ਪਹਿਚਾਣ ਬਣ ਅਖਾਣ ਦਾ ਰੂਪ ਧਾਰ ਗਿਆ। ਬਾਬਾ ਨਾਨਕ ਦਾ ਘਰ ਕਿਹੜਾ ਜਿਹਦਾ ਖੁੱਲਾ ਵਿਹੜਾ। ਸੱਚ ਹੀ ਬਾਬੇ ਨਾਨਕ ਦੇ ਘਰ ਦੇ ਖੁੱਲੇ ਵਿਹੜੇ ਵਿੱਚ ਸਮੂਹ ਸੰਸਾਰ ਹਿੰਦੂ ਮੁਸਲਮਾਨ ਸਭ ਸਮਾ ਗਏ। ਇਸ ਖੁੱਲੇ ਵਿਹੜੇ ਵਾਲੇ ਘਰ ਦੇ ਨਾਲ ਹੀ ਇੱਕ ਵੱਡਾ ਦਰਖਤ ਵੀ ਲਗਾਇਆ ਗਿਆ ਸੀ, ਜਿਸ ਦੀ ਥਾਂ ਅੱਜ ਵੀ ਆਏ ਗਏ ਨੂੰ ਸ਼ੀਤਲਤਾ ਬਖਸ਼ਦੀ ਹੈ। ਆਏ ਗਏ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਇੱਕ ਖੂਹ ਵੀ ਪਟਵਾਇਆ ਗਿਆ, ਜਿਸ ਨੂੰ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਦਾ ਖੂਹ ਕਰਕੇ ਜਾਣਿਆ ਗਿਆ। ਬਾਬਾ ਨਾਨਕ ਜੀ ਜਦੋਂ ਵੇਈ ਨਦੀ ਵਿੱਚ ਜਿਹੜੀ ਟੁੱਬੀ ਲਾ ਕਰਕੇ ਉਹਨਾਂ ਨੇ ਸੰਸਾਰ ਨੂੰ ਨਵਾਂ ਸੰਦੇਸ਼ ਦਿੱਤਾ ਤਾਂ ਨਿੰਦਕ ਇਹ ਵੀ ਕਹਿਣ ਲੱਗ ਪਏ ਕਿ ਕੇਵਲ ਬੇਬੇ ਨਾਨਕੀ ਹੀ ਭਰੋਸੇ ਨਾਲ ਕਹਿ ਸਕੀ ਕਿ ਉਸ ਦਾ ਵੀਰ ਡੁੱਬ ਨਹੀਂ ਸਕਦਾ, ਤਾਂ ਉਹ ਤਾਂ ਡੁੱਬਿਆਂ ਨੂੰ ਤਾਰਨ ਲਈ ਆਇਆ ਹੈ। ਤੋ ਇਸ ਗੱਲ ਨੂੰ ਸਾਡੇ ਸਾਹਮਣੇ ਅਸੀਂ ਦੇਖਿਆ ਹੈ ਤੇ ਬੇਬੇ ਨਾਨਕੀ ਜੀ ਦਾ ਜਿਸ ਤਰੀਕੇ ਨਾਲ ਕਿਰਦਾਰ ਉਹਨਾਂ ਨੇ ਆਪਣੇ ਨਿਭਾਇਆ ਹੈ ਉਹ ਵਾਕਿਆ ਹੀ ਤਾਰੀਫ ਦੀ ਕਾਬਲ ਹੈ। ਔਰ ਅਸੀਂ ਇਸ ਨੂੰ ਅੱਗੇ ਵੀ ਅਗਲੇ ਲੈਕਚਰ ਦੇ ਵਿੱਚ ਕੋਈ ਆਪ ਜੀ ਦੇ ਨਾਲ ਹੋਰ ਵਿਚਾਰਾਂ ਸਾਂਝੀਆਂ ਕਰਾਂਗੇ। ਤੋ ਅੱਜ ਦੀ ਵਿਚਾਰ ਕਰਦਿਆਂ ਹੋਇਆ ਮੇਰੇ ਪਾਸੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਕੋਈ ਗੁਰੂ ਵਿਅਕਤੀ ਜਾਂ ਉਹਨਾਂ ਦੇ ਪਰਿਵਾਰ ਵਾਸਤੇ ਕੋਈ ਮੰਦੇ ਲਫ਼ਜ਼ ਨਿਕਲ ਗਏ ਹੋਣ ਤਾਂ ਦੁਆ ਜੋੜ ਕੇ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।